ਜਿਹੜੇ ਬੇਜ਼ਮੀਨੇ ਕਿਸਾਨ ਨੇ ਤੇ ਨਾਲ ਹੀ ਮਜ਼ਦੂਰ ਨੇ ਉਹਨਾਂ ਨੂੰ ਕਰਜ਼ਾ ਰਾਹਤ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਨੇ। ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ, ਮੇਰੇ ਖਿਆਲ ਸ਼ਾਇਦ 520 ਕਰੋੜ ਦਾ ਇਹ ਹੈਗਾ ਜਿਹੜਾ ਸਰਕਾਰ ਨੇ ਮਾਫ ਕੀਤਾ ਜੀ, ਵੀ ਬੇਜ਼ਮੀਨੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਇਹ ਜਿਹੜਾ ਹੈਗਾ ਅਸੀਂ ਦੇਵਾਂਗੇ, ਉਹਨਾਂ ਦੇ ਕਰਜ਼ੇ ਮਾਫ ਕਰਾਂਗੇ। ਇਹਦੇ 'ਚ ਕੀ ਹੈਗਾ ਕਿ ਹੁਣ ਚੋਣਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਵੀ ਲੰਗੋਟ ਕਸ ਲਏ ਨੇ, ਕਿਉਂਕਿ ਪਹਿਲਾਂ ਤਾਂ ਉਹ ਸੀਸਮਾ ਫਾਰਮ 'ਚੋਂ ਬਾਹਰ ਨਹੀਂ ਨਿਕਲੇ, 1.5 ਸਾਲ ਕਰੋਨਾ ਨੇ ਲਾਤਾ ਜੀ। ਤਾਂ MLA ਤੇ ਉਹਨਾਂ ਦੇ ਮੰਤਰੀ ਕਹਿੰਦੇ ਸੀ ਵੀ ਮੁੱਖ ਮੰਤਰੀ ਸਾਹਿਬ ਦਰਸ਼ਨ ਦਿਓ, ਪਰ ਹੁਣ ਜਿਵੇਂ ਕੱਲ੍ਹ ਉਹ ਸਾਰਾਗੜੀ ਵੀ ਗਏ ਨੇ, ਅੱਜ ਇਹ ਦੁਆਬੇ ਦੇ ਤੇ ਮਾਝੇ ਦੇ ਦੌਰੇ 'ਤੇ ਨੇ। ਦੋਹਾਂ ਥਾਵਾਂ ਦੇ ਉੱਤੇ ਉਹਨਾਂ ਨੇ ਬੇਜ਼ਮੀਨੇ ਕਿਸਾਨਾਂ ਨੂੰ ਸਰਟੀਫਿਕੇਟ ਦੇਣੇ ਨੇ, ਕਿਉਂਕਿ ਹੁਣ ਪਤਾ ਲੱਗ ਗਿਆ ਕਿ ਚੋਣਾਂ ਦੇ ਵਿੱਚ ਤਾਂ 6 ਮਹੀਨੇ ਰਹਿ ਗਏ ਨੇ। ਜੇ ਕੋਈ ਕਾਰਗੁਜ਼ਾਰੀ ਹੋਏਗੀ ਤਾਂ ਹੀ ਅੱਗੇ ਜਾਣਗੇ, ਜੇ ਕਾਰਗੁਜ਼ਾਰੀ ਹੋਈ ਨਹੀਂ ਹੋਏਗੀ ਤਾਂ ਕਿੱਥੇ ਜਾਣਗੇ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੇ ਹੁਣ ਇਹ ਪ੍ਰੋਗਰਾਮ ਉਲੀਕਣੇ ਸ਼ੁਰੂ ਕੀਤੇ ਨੇ। ਇਹੀ ਗੱਲ ਤਾਂ ਇਹਦੇ ਬਾਰੇ ਦੇ ਵਿੱਚ ਅਕਾਲੀ ਦਲ ਦੋਸ਼ ਲਾਉਂਦਾ ਹੈਗਾ, ਮਤਲਬ ਕਿਸਾਨ ਜਥੇਬੰਦੀਆਂ ਕੋਲੇ, ਕਿ ਮੁੱਖ ਮੰਤਰੀ ਸਾਹਿਬ ਸਰਕਾਰ ਦੀ ਆੜ ਦੇ ਵਿੱਚ ਆਪਣਾ ਪ੍ਰਚਾਰ ਕਰੀ ਜਾਂਦੇ ਆ, ਸਾਨੂੰ ਤੁਸੀਂ ਬੰਦ ਕਰ ਰਹੇ ਹੋ ਜੀ, ਜਿਹਦੇ ਕਰਕੇ ਇਹਨਾਂ ਦਾ ਬਖਰੇਵਾਂ ਵੀ ਹੈ। ਤੇ ਅਕਾਲੀਆਂ ਨੇ ਕਿਹਾ ਵੀ ਹੈ ਕਿ ਇਹ ਫੈਸਲੇ ਤੇ ਮੁੜ ਵਿਚਾਰ ਕਰ ਲਿਆ ਜਾਵੇ, ਕਿਉਂਕਿ ਸਿਆਸੀ ਆਗੂ ਜੇ ਨਾ ਸਿਆਸਤ ਕਰਨਗੇ ਤਾਂ ਉਹ ਕਿੱਧਰ ਨੂੰ ਜਾਣਗੇ। ਅੱਗੇ ਪੰਜਾਬ ਦੀ ਫਿਜ਼ਾ ਕਿਹੀ ਜਿਹੀ ਬਣਦੀ ਆ ਅੱਗੇ ਸਮਾਂ ਦੱਸੇਗਾ, ਪਰ ਜਿਹੜੀ ਇਹ ਰਾਹਤ ਦਿੱਤੀ ਹੈ ਇਹਦਾ ਚੋਣਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਪਾਰਟੀ ਨੂੰ ਕਿੰਨਾ ਕੁ ਲਾਹਾ ਮਿਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਦੇਖੋ ਕੁਛ ਨਾ ਕੁਛ ਤਾਂ ਰਾਹਤ ਮਿਲਦੀ ਹੈ ਜੇ ਕਿਸੇ ਦਾ ਕਰਜ਼ਾ ਵਗੈਰਾ ਮਾਫ ਹੁੰਦਾ ਹੈਗਾ ਜੀ। ਮੈਨੂੰ ਪਤਾ ਲੱਗਿਆ ਸ਼ਾਇਦ 80,000 ਇਹਦਾ ਲਾਭਪਾਤਰੀ ਹੈ ਲਗਭਗ। ਸੋ ਇਹ ਇੱਕ ਚੰਗਾ ਕਦਮ ਹੈ। ਜੇ 80-85,000 ਬੰਦੇ ਨੂੰ ਇਹਦਾ ਫਾਇਦਾ ਹੋਣਾ ਹੈ ਤਾਂ ਉਹਦਾ ਲਾਹਾ ਵੀ ਜ਼ਰੂਰ ਮਿਲੇਗਾ। ਢਿੱਲੋਂ ਸਾਹਿਬ, ਨਾਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਆਉਂਦੀਆਂ ਦੇਖ ਕੇ ਦਲ ਬਦਲੀ ਦਾ ਸਿਲਸਿਲਾ, ਨਾਰਾਜ਼ਗੀਆਂ ਦਾ, ਗਿਲੇ ਸ਼ਿਕਵਿਆਂ ਦਾ ਸਿਲਸਿਲਾ ਲਗਾਤਾਰ ਸ਼ੁਰੂ ਹੋ ਗਿਆ। ਇਸੇ ਦੇ ਚੱਲਦਿਆਂ ਸ਼ਾਮ 84 ਤੋਂ ਅਕਾਲੀ ਦਲ ਦੀ ਵਿਧਾਇਕ ਰਹੇ ਨੇ ਬੀਬੀ ਮਹਿੰਦਰ ਕੌਰ ਜੋਸ਼, ਉਹਨਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਆ ਅਕਾਲੀ ਦਲ ਦੇ ਨਾਲ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਪਾਰਟੀ ਨੇ ਧੱਕਾ ਕੀਤਾ। ਬੀਬੀ ਮਹਿੰਦਰ ਕੌਰ ਜੋਸ਼ 3 ਵਾਰੀਆਂ ਦੇ ਵਿਧਾਇਕ ਨੇ, ਇੱਕ ਵਾਰੀ ਉਹ ਮੰਤਰੀ ਵੀ ਰਹੇ ਨੇ। ਉਹਨਾਂ ਦਾ ਕਹਿਣਾ ਕਿ ਉਹਨਾਂ ਨਾਲ ਧੱਕਾ ਕੀਤਾ ਕਿਉਂਕਿ ਸ਼ਾਮ 84 ਦੀ ਸੀਟ ਜਿਹੜੀ ਹੈ ਉਹ ਬਹੁਜਨ ਸਮਾਜ ਪਾਰਟੀ ਨੂੰ ਅਕਾਲੀਆਂ ਨੇ ਮੇਰੇ ਖਿਆਲ ਛੱਡ ਦਿੱਤੀ ਹੈ ਸਮਝੌਤੇ ਦੇ ਵਿੱਚ। ਕਈ ਥਾਵਾਂ ਦੇ ਉੱਤੇ ਇਹਨਾਂ ਨੇ BJP ਵਾਲਿਆਂ ਨੂੰ ਵੀ ਸ਼ਾਮਲ ਕਰਾਇਆ ਆਪਣੇ ਵਿੱਚ, ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ ਨੇ ਜੀ। ਬੀਬੀ ਜੀ ਦਾ ਕਹਿਣਾ ਹੈ ਕਿ ਮੈਂ ਲੰਬਾ ਸਮਾਂ ਪਾਰਟੀ ਦੀ ਸੇਵਾ ਕੀਤੀ ਹੈ। ਉਹਨਾਂ ਦੇ ਜਿਹੜੇ ਪਿਤਾ ਸੀ ਸਰਦਾਰ ਅਰਜਨ ਸਿੰਘ ਜੋਸ਼ ਜੀ, ਉਹ ਵੀ ਅਕਾਲੀ ਦਲ ਦੇ ਸਰਗਰਮ ਆਗੂ ਸਨ। ਸੋ ਬੀਬੀ ਜੀ 3 ਵਾਰ ਦੇ ਵਿਧਾਇਕ ਨੇ। ਉਹ ਕਹਿੰਦੇ ਵੀ ਹੁਣ ਜਦੋਂ ਦੂਜੀਆਂ ਪਾਰਟੀਆਂ ਨਾਲ ਸਮਝੌਤਾ ਕਰ ਲਿਆ ਤਾਂ ਆਪਣੀਆਂ ਪਾਰਟੀਆਂ ਨਾਲ ਅਣਦੇਖੀ ਕਰ ਰਿਹਾ ਅਕਾਲੀ ਦਲ, ਜਿਹੜਾ ਅਕਾਲੀ ਦਲ ਨੂੰ ਮਹਿੰਗਾ ਸਾਬਤ ਹੋ ਸਕਦਾ। ਉਹ ਕਹਿੰਦੇ ਵੀ ਮੈਂ ਆਪਣੇ ਵਰਕਰਾਂ ਨਾਲ ਗੱਲ ਕਰਾਂਗੀ, ਵਰਕਰਾਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਮਤਲਬ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਫੈਸਲਾ ਲੈ ਸਕਦੇ ਹਾਂ। ਜ਼ਿਆਦਾਤਰ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਆਜ਼ਾਦ ਚੋਣ ਵੀ ਲੜ ਸਕਦੇ ਹਾਂ। ਜੇ ਉਹ ਆਜ਼ਾਦ ਚੋਣ ਲੜਦੇ ਨੇ ਤਾਂ ਪਿਛੋਕੜ ਤਾਂ ਅਕਾਲੀ ਦਲ ਦਾ ਜੀ। ਉਸ ਜਗ੍ਹਾ ਦੇ ਉੱਤੇ ਜਿਹੜਾ ਬਹੁਜਨ ਸਮਾਜ ਪਾਰਟੀ ਜਿਹਦਾ ਵੀ ਉਮੀਦਵਾਰ ਖੜਾ ਹੈਗਾ, ਅਕਾਲੀ ਦਲ ਨੂੰ ਉਹਦਾ ਨੁਕਸਾਨ ਪਹੁੰਚ ਸਕਦਾ। ਇਹ ਇਕੱਲਾ ਇੱਕ ਹਲਕਾ ਨਹੀਂ ਹੈ ਜਿੱਥੇ ਇਸ ਤਰ੍ਹਾਂ ਦਾ ਹੋਇਆ। ਚਮਕੌਰ ਸਾਹਿਬ ਦੇ ਵਿੱਚ ਵੀ ਜੀ ਬੀਬੀ ਸਤਵੰਤ ਕੌਰ ਸੰਧੂ ਹੁੰਦੇ ਸੀ, ਉਹਨਾਂ ਦੇ ਸਪੁੱਤਰ ਨੇ ਹਰਮੋਹਨ ਸਿੰਘ ਸੰਧੂ, ਉਹਨਾਂ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਕਿਉਂਕਿ ਜਿਹੜੀ ਇਹ ਸੀਟ ਹੈ ਇਹ ਵੀ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਨੂੰ ਛੱਡ ਦਿੱਤੀ ਹੈ। ਸੋ ਹੁਣ ਚੋਣਾਂ ਦਾ ਸਮਾਂ ਆ ਗਿਆ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇੱਕ ਦੂਜੇ ਦੇ ਪ੍ਰਤੀ ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਕਿ ਨਾਲ ਜਿਹੜੀਆਂ ਵਫਾਦਾਰੀਆਂ ਨੇ ਉਹ ਤਬਦੀਲ ਹੋਣਗੀਆਂ। ਔਰ ਇੱਥੇ ਕੋਈ ਪੁਰਾਣਾ ਸਮਾਂ ਹੁੰਦਾ ਸੀ ਜਦੋਂ ਇਹ ਸਿਆਸਤ ਜਿਹੜੀ ਹੈ ਉਹ ਵੱਡੇ ਆਧਾਰ ਦੇ ਉੱਤੇ, ਅਸੂਲਾਂ ਦੇ ਆਧਾਰ ਤੇ ਕੀਤੀ ਜਾਂਦੀ ਸੀ। ਹੁਣ ਤਾਂ ਅਸੂਲੋ ਸਾਲ ਕਿਸੇ ਦਾ ਰਿਹਾ ਹੀ ਨਹੀਂ। ਢਿੱਲੋਂ ਸਾਹਿਬ, ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਨਾਲ ਹੀ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਦੀ। ਉਹਨਾਂ ਨੇ ਕਿਹਾ ਹੈ ਕਿ ਪਰਾਲੀ ਦਾ ਮਸਲਾ ਹਰ ਵਾਰ ਸਾਹਮਣੇ ਆ ਜਾਂਦਾ ਹੈ, ਪਰ ਇਹਦੇ ਵਾਸਤੇ ਕਿਸਾਨ ਜ਼ਿੰਮੇਵਾਰ ਨਹੀਂ, ਸਰਕਾਰਾਂ ਜ਼ਿੰਮੇਵਾਰ ਨੇ, ਸਰਕਾਰਾਂ ਹੱਲ ਨਹੀਂ ਕੱਢ ਰਹੀਆਂ। ਤੇ ਹੁਣ ਉਹਨਾਂ ਨੇ ਇੱਕ ਹੱਲ ਦੱਸ ਦਿੱਤਾ ਹੈ, ਕੋਈ ਬਾਇਓਡੀ ਕੰਪੋਜ਼ਰ ਆ, ਕਹਿੰਦੇ ਉਹਦੇ ਨਾਲ ਜਿਹੜੀ ਪਰਾਲੀ ਗਲ ਜੂਗੀ ਤੇ ਜਿਹੜਾ ਅੱਗ ਲਾਉਣ ਦੀ ਲੋੜ ਨਹੀਂ ਪੈਣੀ।
ਅਰਵਿੰਦ ਕੇਜਰੀਵਾਲ ਹੋਰਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਦੇ ਉੱਤੇ ਅਸੀਂ ਅਸਹਿਮਤੀ ਵੀ ਪ੍ਰਗਟ ਕਰਦੇ ਹਾਂ। ਲੇਕਿਨ ਪਿਛਲੇ 3 ਸਾਲ ਤੋਂ ਅਰਵਿੰਦ ਕੇਜਰੀਵਾਲ ਨੇ ਪਰਾਲੀ ਦਾ ਮੁੱਦਾ ਬਾਰ-ਬਾਰ ਚੱਕਿਆ। ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਉਹਨਾਂ ਨੇ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚਿੱਠੀਆਂ ਲਿਖੀਆਂ ਜੀ ਕਿ ਆਓ ਆਪਾਂ ਬਹਿ ਕੇ ਇਹਦਾ ਹੱਲ ਕਰ ਲਈਏ, ਜਿੱਦਣ ਤੁਸੀਂ ਦਿੱਲੀ ਆਉਂਦੇ ਹੋ ਜਾਂ ਦਿੱਲੀ ਆ ਜਾਓ, ਨਹੀਂ ਮੈਂ ਤੁਹਾਡੇ ਕੋਲੇ ਆ ਜਾਣਾ। ਆ ਸਾਡੇ ਵਾਲੇ ਸਰਦਾਰ ਸਾਹਿਬ ਨੇ ਤਾਂ ਕਹਿੰਦੇ ਨੋ ਨੀਡ। ਤਾਂ ਉਸ ਵੇਲੇ ਕੇਜਰੀਵਾਲ ਸਾਹਿਬ ਫਿਰ ਚੰਡੀਗੜ੍ਹ ਦੇ ਵਿੱਚ ਆਏ ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਮਿਲ ਕੇ ਗਏ। ਉਹ ਕਹਿੰਦੇ ਵੀ ਮੁੱਖ ਤੌਰ ਦੇ ਉੱਤੇ ਜਿਹੜਾ ਇਹ ਪਰਾਲੀ ਦਾ ਸਭ ਤੋਂ ਵੱਧ ਮੁੱਦਾ ਹੈ, ਇਹ ਹਰਿਆਣਾ, ਪੰਜਾਬ, ਯੂਪੀ ਦਾ ਤੇ ਪੰਜਾਬ ਦਾ ਜੀ, ਦਿੱਲੀ ਦਾ। ਇਹਦੇ ਤੇ ਸਾਨੂੰ ਮਿਲ ਬੈਠ ਕੇ ਕੋਈ ਨਾ ਕੋਈ ਢੰਗ ਲੱਭਣਾ ਚਾਹੀਦਾ। ਅਜਿਹੀ ਕੋਈ ਚੀਜ਼ ਨਹੀਂ ਜਿਹਦਾ ਹੱਲ ਨਾ ਨਿਕਲਦਾ ਹੋਵੇ। ਸਰਕਾਰਾਂ ਨੇ ਜਿੱਥੇ ਇਸ ਮਾਮਲਿਆਂ ਦੇ ਵਿੱਚ ਭਾਵੇਂ ਗ੍ਰੀਨ ਟ੍ਰਿਬਿਊਨਲ ਆ ਜਾਂ ਹੋਰ ਹੈ, ਹਾਲਾਂਕਿ ਇਹਨਾਂ ਟ੍ਰਿਬਿਊਨਲਾਂ ਦੇ ਤਾਂ ਜਿਹੜੇ ਮੈਂਬਰ ਨੇ ਉਹ ਲਾਏ ਹੀ ਨਹੀਂ ਸੀ। ਇਹ ਤਾਂ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਡੰਡਾ ਕੱਸਿਆ ਕਿ 31 ਦੇ ਤੁਹਾਡੇ ਇਹ ਖਾਲੀ ਤੁਰੇ ਫਿਰਦੇ ਨੇ, ਤੁਸੀਂ ਇਹਨਾਂ ਦੇ ਵਿੱਚ ਅਹੁਦੇ ਲਾਉਂਦੇ ਕਿਉਂ ਨਹੀਂ। ਤਾਂ ਤਾਜ਼ਾ ਪਤਾ ਲੱਗਿਆ ਕਿ 31 ਟ੍ਰਿਬਿਊਨਲਾਂ ਦੇ ਮੈਂਬਰ ਆ ਜਿਹੜੇ ਉਹ ਕੱਲ ਤੱਕ ਕੇਂਦਰ ਸਰਕਾਰ ਨੇ ਭਰਤੇ ਨੇ। ਇਸੇ ਕਰਕੇ ਗ੍ਰੀਨ ਟ੍ਰਿਬਿਊਨਲ ਵੀ ਇਹਨਾਂ ਨੂੰ ਵਾਰ-ਵਾਰ ਕਹਿੰਦਾ ਸੀ ਕਿ ਪਰਾਲੀ ਦਾ ਕੋਈ ਹੱਲ ਕਰੋ ਜੀ। ਪਰਾਲੀ ਦਾ ਹੱਲ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ। ਪਰਾਲੀ ਦਾ ਹੱਲ ਤਾਪ ਬਿਜਲੀ ਘਰ ਲਾ ਕੇ ਹੋ ਸਕਦਾ ਹੈ। ਕੁਝ ਤਾਪ ਬਿਜਲੀ ਘਰ ਲਾਏ ਵੀ ਜਾ ਰਹੇ ਆ, ਪਤਾ ਨਹੀਂ ਉਹ ਕਿਹੜੇ ਪੜਾਅ ਦੇ ਉੱਤੇ ਪਛੜ ਗਏ। ਪਤਾ ਲੱਗਿਆ ਕਿ 15 ਦੇ ਕਰੀਬ ਜਿਹੜੇ ਪੇਡਾ ਏਜੰਸੀ ਵੱਲੋਂ ਬਾਇਓਮਾਸ ਦੇ ਆਧਾਰਿਤ ਇਹ ਲਾਏ ਜਾ ਰਹੇ ਨੇ, ਪਰ ਇਹਨਾਂ ਮਾਮਲਿਆਂ ਦੇ ਵਿੱਚ ਪਛੜ ਗਿਆ ਸਿਸਟਮ, ਜਿਹਦੇ ਕਰਕੇ ਘੱਟੋ ਘੱਟ ਆਹ ਸੀਜ਼ਨ ਦੇ ਵਿੱਚ ਉਹ ਨਹੀਂ ਚੱਲਣਗੇ। ਜੇ ਇਹ ਸੀਜ਼ਨ 'ਚ ਨਹੀਂ ਚੱਲਣਗੇ ਤੇ ਸਰਕਾਰ ਦਾ ਭੋਗ ਵੀ ਪੈ ਜਾਊਗਾ ਫਰਵਰੀ ਦੇ ਵਿੱਚ। ਤਾਂ ਫਿਰ ਨਵੀਂ ਸਰਕਾਰ ਜਿਹੜੀ ਆਊਗੀ ਉਹਨਾਂ ਦੇ ਰਾਜ ਦੇ ਵਿੱਚ ਉਹ ਚੱਲ ਰਹੇ ਨੇ। ਬਠਿੰਡੇ ਬਾਰੇ ਐਲਾਨ ਕੀਤਾ ਸੀ ਕਿ ਇਹਨੂੰ ਪਰਾਲੀ ਤੇ ਚਲਾ ਲਾਂਗੇ 100 ਮੈਗਾਵਾਟ, ਪਰ ਉਹ ਨਹੀਂ, ਉਲਟਾ ਉਹਨੂੰ ਢਾਉਣਾ ਸ਼ੁਰੂ ਕਰ ਦਿੱਤਾ। ਮੈਂ ਕਈ ਵਾਰ ਗੱਲ ਕੀਤੀ ਹੈ ਕਿ ਬਠਿੰਡੇ ਵਾਲੇ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਨੂੰ ਜਨ ਹਿੱਤ ਪਟੀਸ਼ਨ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਪਾਉਣੀ ਚਾਹੀਦੀ ਕਿ 750 ਕਰੋੜ ਰੁਪਈਆ ਲੋਕਾਂ ਦੇ ਟੈਕਸਾਂ ਦਾ ਖਰਚਿਆ ਗਿਆ। 2030 ਤੱਕ ਇਹਦੀ ਸਮਾਂ ਨਿਭਾਇਆ ਗਿਆ ਸੀ ਤੇ 10 ਸਾਲ ਪਹਿਲਾਂ ਹੀ ਇਹਨੂੰ ਖਤਮ ਕਰ ਦਿੱਤਾ ਗਿਆ, ਤਾਂ ਲੋਕਾਂ ਦਾ 750 ਕਰੋੜ ਰੁਪਈਆ ਕਿਸੇ ਹੋਰ ਅਰਥ ਹੁੰਦਾ, ਜਾਂ ਬਿਜਲੀ ਨਿਗਮ ਨੂੰ ਹੀ ਦਿੱਤਾ ਜਾਂਦਾ ਜਿਹੜਾ 30,000 ਕਰੋੜ ਦਾ ਉਹ ਕਰਜ਼ਾ ਲੈ ਰਹੇ ਨੇ। ਉਹ ਕਰਜ਼ੇ ਦੇ ਵਿੱਚ ਕੋਈ ਰਾਹਤ ਮਿਲਦੀ ਨਹੀਂ ਕੀਤੀ ਗਈ। ਕੈਪਟਨ ਸਾਹਿਬ ਦਾ ਸ਼ਹਿਰ ਆ ਪਟਿਆਲਾ ਧਰਨਿਆਂ ਦਾ ਸ਼ਹਿਰ ਬਣਦਾ ਹੋਇਆ ਦਿਖਾਈ ਦੇ ਰਿਹਾ। ਲੋਕ ਵੀ ਹੁਣ ਪਰੇਸ਼ਾਨ ਹੋ ਗਏ ਨੇ, ਜੋ ਲੋਕਲ ਪਟਿਆਲਾ ਦੇ ਰਹਿਣ ਵਾਲੇ ਨੇ। ਉਹ ਕਹਿੰਦੇ ਸਾਨੂੰ ਰਸਤਾ ਹੀ ਨਹੀਂ ਮਿਲ ਰਿਹਾ ਕਿ ਅਸੀਂ ਕਿੱਧਰ ਜਾਈਏ, ਰਸਤੇ ਬੰਦ ਨੇ, ਗਲੀਆਂ ਬਾਜ਼ਾਰਾਂ ਦੇ ਵਿੱਚ ਲੋਕ ਧੱਕੇ ਖਾਂਦੇ ਹੋਏ ਦੇਖੇ ਜਾ ਸਕਦੇ। ਦੇਖੋ, ਮੇਰੀ ਸਮਝ ਤੋਂ ਬਾਹਰ ਦੀ ਗੱਲ ਆ। ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਆ 5 ਸਾਲਾਂ ਦੇ ਵਿੱਚ ਮਸਾਂ 5-7 ਵਾਰੀ ਇੱਥੇ ਆਏ ਹੋਣ। ਇੱਕ ਵਾਰ ਤਾਂ ਲੋਕ ਸਭਾ 'ਚ ਵੋਟ ਪਾਉਣ ਆਏ ਸੀ, ਇੱਕ ਵਾਰੀ ਵਿਧਾਨ ਸਭਾ ਦੀ ਵੋਟ ਵੇਲੇ, ਉਹ ਤਾਂ ਚਲੋ ਅਜੇ ਇਲੈਕਸ਼ਨ ਆਪ ਲੜ ਰਹੇ ਸੀਗੇ। ਕੁੱਲ ਮਿਲਾ ਕੇ ਉਹ ਇੱਥੇ 10 ਕੁ ਵਾਰ ਮਸਾਂ ਆਏ ਹੈ ਜੀ। ਪਰ ਇਹ ਸਾਰੇ ਧਰਨੇ ਫੇਰ ਇੱਥੇ ਦਿੱਤੇ ਵੀਰੇ ਕਿਸ ਕਾਰਨ ਕਰਕੇ? ਜਾਂ ਤਾਂ ਸ਼ੀਸ਼ਵਾ ਇਹਨਾਂ ਦਾ ਘੇਰੋ ਜਾ ਕੇ ਇਹਨਾਂ ਨੂੰ ਪਤਾ ਲੱਗੇ। ਸੋ ਜਿਹੜੀਆਂ ਇਹ ਜਥੇਬੰਦੀਆਂ ਨੇ, ਇਹ ਪਹਿਲਾਂ ਵਿਚਾਰੇ ਬਠਿੰਡੇ ਧਰਨੇ ਦਿੰਦੇ ਸੀ, ਹੁਣ ਇੱਥੇ ਧਰਨੇ ਦੇ ਰਹੇ ਨੇ। ਅੱਜ ਉਹ ਜਿਹੜੇ ETT ਵਾਲੇ ਅਧਿਆਪਕ ਨੇ ਉਹ ਨਹਿਰ ਤੇ ਜਾ ਪਹੁੰਚੇ ਨਾਭਾ ਰੋਡ ਦੇ ਉੱਤੇ ਕਿ ਅਸੀਂ ਤਾਂ ਛਾਲਾਂ ਮਾਰਨੀਆਂ ਜਾਂ ਕੋਈ ਸੰਘਰਸ਼ ਦਾ ਹੋਰ ਕੰਮ ਕਰਨਾ ਹੈ। ਹੁਣ ਪੰਚ ਸਰਪੰਚ ਵੀ ਆ ਰਹੇ ਨੇ 15 ਤਰੀਕ ਨੂੰ, ਉਹ ਕਹਿੰਦੇ ਹਮ ਵੀ ਆ ਰਹੇ ਹਾਂ। ਸੋ ਇਸ ਵੇਲੇ ਪਾਸੀ ਰੋਡ ਤੇ ਜਿਹੜੇ ਪੁਲਿਸ ਦੀ ਵੇਟਿੰਗ ਲਿਸਟ ਵਾਲੇ ਨੇ ਉਹ ਬੈਠੇ ਨੇ। ਮੈਨੂੰ ਉਹਨਾਂ ਦੀ ਵੀ ਸਮਝ ਤੋਂ ਬਾਹਰ ਹੈ। ਉਹਨਾਂ ਦਾ ਕੋਈ ਦੋ ਟੁੱਕ ਉਹਨਾਂ ਨਾਲ ਗੱਲ ਕਰੋ, ਜਾਂ ਉਹਨਾਂ ਨੂੰ ਦੱਸੋ ਕਿ ਜਿਹੜਾ ਤੁਹਾਡੀ ਉਦੋਂ ਭਰਤੀ ਹੋਈ ਸੀ, ਇਹ ਜਿਹੜੀ ਵੇਟਿੰਗ ਹੁੰਦੀ ਹੈ ਉਹਦੇ ਨਾਲ ਖਤਮ ਹੋ ਜਾਂਦੀ ਹੈ, ਹੁਣ ਨਵੇਂ ਸਿਰੇ ਤੋਂ ਭਰਤੀ ਹੋ ਰਹੀ ਹੈ। ਉਹ ਕਹਿੰਦੇ ਪਹਿਲਾਂ ਸਾਨੂੰ ਭਰਤੀ ਕਰੋ, ਉਦੋਂ ਸੰਘਰਸ਼ ਤੁਸੀਂ ਕਿਉਂ ਨਾ ਕੀਤਾ? ਸੋ ਉਹਨਾਂ ਦੀਆਂ ਮੰਗਾਂ ਨੇ, ਸੁਣੋ, ਜੇ ਜਾਇਜ਼ ਨੇ ਤਾਂ ਪੂਰੀਆਂ ਕਰੋ, ਜੇ ਨਹੀਂ ਜਾਇਜ਼ ਤਾਂ ਜਵਾਬ ਦਿਓ। ਸਾਰੇ ਪੋਲੋ ਗਰਾਊਂਡ ਹੈ, ਉਹ ਪੂਰਾ ਮੈਦਾਨ ਬਣਿਆ ਵਾ। ਫੁਆਰਾ ਚੌਂਕ ਦੇ ਨਾਲ ਠੀਕਰੀ ਵਾਲਾ ਚੌਕ ਹੈ, ਪੂਰਾ ਮੈਦਾਨ ਬਣਿਆ ਵਾ। ਤਾਂ ਲੋਕ ਕਹਿੰਦੇ ਨੇ ਕਿ ਸਾਨੂੰ ਮੁੱਖ ਮੰਤਰੀ ਚਾਹੀਦਾ ਹੀ ਨਹੀਂ, ਕਿ ਮੁੱਖ ਮੰਤਰੀ ਬਣ ਕੇ ਇਹ ਸ਼ਹਿਰ ਦਾ ਵਿਕਾਸ ਘੱਟ ਹੋਇਆ, ਵਿਨਾਸ਼ ਜ਼ਿਆਦਾ ਹੋਇਆ। ਤੇ ਉਹ ਲੋਕ ਕਹਿੰਦੇ ਨੇ ਵੀ ਅਸੀਂ ਜਾਈਏ ਕਿੱਥੇ? ਬੱਚਿਆਂ ਨੂੰ ਸਕੂਲ ਛੱਡਣਾ ਸਮੱਸਿਆ, ਬੱਚਿਆਂ ਨੇ ਵਾਪਸ ਆਉਣਾ, ਘੰਟਿਆਂ ਬੱਧੀ ਉਹਨਾਂ ਨੂੰ ਖੜਨਾ ਪੈਂਦਾ, ਜਿਹੜੇ ਉਹਨਾਂ ਨੇ ਵਾਹਨ ਵੀ ਲਾਏ ਹੋਏ ਨੇ। ਫਿਰ ਲੋਕਾਂ ਨੇ ਕਸੂਰ ਕੀ ਕਰਤਾ ਇਹਨਾਂ ਨੂੰ ਮੁੱਖ ਮੰਤਰੀ ਬਣਾ ਕੇ? ਪਿੰਡਾਂ ਦੀ ਗੱਲ ਕਰ ਲਈਏ ਤਾਂ 37% ਤੇ ਨਾਲ ਹੀ ਸ਼ਹਿਰਾਂ ਦੇ ਵਿੱਚ ਜਿਹੜੇ 11% 19% ਬੱਚੇ ਨੇ ਉਹ ਚੰਗੀ ਤਰ੍ਹਾਂ ਆਨਲਾਈਨ ਪੜ੍ਹਾਈ ਨਹੀਂ ਕਰ ਸਕੇ, ਪ੍ਰਮੋਟ ਕਰ ਦਿੱਤੇ ਗਏ 5ਵੀਂ ਦੇ ਵਿੱਚ, ਪਰ ਜਿਹੜਾ ਉਹਨਾਂ ਦਾ ਦਿਮਾਗੀ ਪੱਧਰ ਆ ਜਾਂ ਉਹਨਾਂ ਦਾ ਪੜ੍ਹਾਈ ਦਾ ਪੱਧਰ ਆ ਉਹ ਸਿਰਫ ਅਜੇ ਤੀਜੀ ਕਲਾਸ ਵਾਲਾ ਹੈ।
ਇਹ ਨਾ ਜੀ ਇੱਕ ਸੰਸਥਾ ਹੈਗੀ ਹੈ ਸਕੂਲ ਚਿਲਡਰਨ ਐਂਡ ਆਨਲਾਈਨ ਸਰਵੇ ਕਰਾਇਆ ਉਹਨਾਂ ਨੇ ਜੀ। ਇਹ ਸਰਵੇ ਦੇ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਜਿਵੇਂ ਤੁਸੀਂ ਅੰਕੜਾ ਬੋਲ ਹੀ ਦਿੱਤਾ ਹੈਗਾ ਕਿ 37% ਪੇਂਡੂ ਖੇਤਰ 'ਚ 19% ਸ਼ਹਿਰੀ ਖੇਤਰ ਦੇ ਵਿੱਚ ਜਿਹੜੇ ਬੱਚੇ ਆ ਉਹ ਪਛੜ ਗਏ, ਪੜ੍ਹਾਈ ਨਹੀਂ ਕਰ ਸਕੇ, ਭਾਵੇਂ ਉਹਨਾਂ ਨੂੰ ਕਲਾਸਾਂ 'ਚ ਚੜ੍ਹਾਤਾ ਉਹ ਦੂਜੀ ਤੀਜੀ ਦੇ ਪੱਧਰ ਦੇ ਰਹਿ ਗਏ ਨੇ। ਹੁਣ 5ਵੀਂ 'ਚ ਉਹਨਾਂ ਨੂੰ ਭੇਜਤਾ, ਆਉਂਦਾ ਉਹਨਾਂ ਨੂੰ ਦੂਜੀ ਤੀਜੀ ਵਾਲਾ ਉਹ ਕੀ ਕਰਨਗੇ 10ਵੀਂ ਤੱਕ ਜਾ ਕੇ, ਜਦੋਂ ਉਹਨਾਂ ਦਾ ਆਧਾਰ ਹੀ ਜਿਹੜਾ ਹੈਗਾ ਉਹ ਮਤਲਬ ਖਰਾਬ ਹੋ ਗਿਆ। ਉਹਨਾਂ ਤੋਂ ਅੱਗੇ ਆਸ ਕੀ ਰੱਖੀ ਜਾ ਸਕਦੀ ਹੈ? ਇਹਦੇ ਵਿੱਚ ਜਿਹੜਾ ਮੁੱਖ ਕਾਰਨ ਸਾਹਮਣੇ ਨਿਕਲ ਕੇ ਆਇਆ ਹੈ ਉਹ ਇਹ ਹੈ ਕਿ ਉਹਨਾਂ ਦੇ ਕੋਲ, ਉਹਨਾਂ ਦੇ ਮਾਪਿਆਂ ਕੋਲ ਸਮਾਰਟਫੋਨ ਲੈਣ ਦੀ ਸਮਰੱਥਾ ਨਹੀਂ ਸੀ ਜੀ। ਆ ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਮਨ ਕੀ ਬਾਤ ਕਰਦੇ ਆ ਨਾ, ਕਰੋਨਾ ਦੇ ਵਿੱਚ ਨੌਕਰੀਆਂ ਤੋਂ ਬੇਘਰ ਹੋ ਗਏ, ਉਲਟਾ ਵਾਧੂ ਭਾਰ ਪਾ ਕੇ ਇਹਨਾਂ ਲੋਕਾਂ ਨੂੰ ਲੁੱਟਿਆ ਜਾ ਰਿਹਾ। ਬਹੁਤ ਵੱਡਾ ਕੰਮ ਕੀਤਾ ਜਾ ਰਿਹਾ ਹੈ। ਸਿਲੰਡਰ ਵੱਧ ਗਿਆ, ਦੁੱਗਣਾ ਹੋ ਗਿਆ ਇਹਨਾਂ ਦੇ ਰਾਜ ਦੇ ਵਿੱਚ। ਠੀਕ ਕਿਹਾ ਰਾਹੁਲ ਗਾਂਧੀ ਨੇ ਕਿ ਐਤਵਾਰ ਦਾ ਤੇ ਸੋਮਵਾਰ ਦਾ ਫਰਕ ਕੋਈ ਨਹੀਂ ਰਿਹਾ, ਕਿਉਂਕਿ ਘਰਾਂ 'ਚ ਹੀ ਬੈਠੇ, ਬੱਚੇ ਵੀ ਬੈਠੇ, ਲੋਕ ਵੀ ਬੈਠੇ ਨੇ। ਇਹਨੂੰ ਮਿਟਾਤਾ। 70 ਸਾਲ 'ਚ ਜੋ ਅਸੀਂ ਕੀਤਾ 7 ਸਾਲ 'ਚ ਇਹਨਾਂ ਨੇ ਉਹ ਡੋਬਤਾ। ਦੂਜੀ ਚੀਜ਼ ਇੱਕ ਹੋਰ ਆਈ ਹੈ ਕਿ GST ਹੁਣ ਵਿਆਹ ਤੇ ਵੀ ਲਾਤਾ। ਜੇ 5 ਲੱਖ ਦਾ ਵਿਆਹ ਕਰੋਗੇ 96,000 GST ਦਿਓਗੇ। ਇਹ ਲੋਕਾਂ ਨੂੰ ਮਾਰਨ ਵਾਲੀਆਂ ਗੱਲਾਂ ਕਰ ਰਹੇ ਨੇ, ਲੋਕਾਂ ਨੂੰ ਡੋਬਣ ਵਾਲੀਆਂ ਗੱਲਾਂ ਕਰ ਰਹੇ ਨੇ। ਚੰਦ 4-5 ਘਰਾਣਿਆਂ ਨੂੰ ਸਾਰੇ ਦੇਸ਼ ਦੀ ਦੌਲਤ ਲੁਟਾਈ ਜਾ ਰਹੀ ਹੈ। ਜੋ ਸਰਕਾਰੀ ਅਦਾਰੇ ਸੀ ਉਹ ਵੇਚੇ ਜਾ ਰਹੇ ਨੇ। ਸਰਕਾਰੀ ਸੰਸਥਾਵਾਂ ਨੂੰ ਗਹਿਣੇ ਕਰਨਾ ਦਾ ਕੰਮ ਕਰ ਰਿਹਾ ਹੈ। ਪਿੰਡਾਂ ਦੇ ਵਿੱਚ ਅਕਸਰ ਕਹਾਵਤ ਹੁੰਦੀ ਹੈ ਕਿ ਜਿਹੜਾ ਬੰਦਾ ਆਪਦੀਆਂ ਜ਼ਮੀਨਾਂ ਤੇ ਘਰਾਂ ਨੂੰ ਗਹਿਣੇ ਕਰਨ ਤੁਰ ਪਵੇ ਉਹਨੂੰ ਫਿਰ ਸਪੂਤ ਨਹੀਂ ਕਹਿੰਦੇ, ਕੁਝ ਹੋਰ ਕਹਿੰਦੇ ਨੇ, ਉਹ ਮੈਂ ਇੱਥੋਂ ਨਹੀਂ ਕਹਿਣਾ। ਸੋ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ, ਉਹਨਾਂ ਦੇ ਕੋਲ ਸਮਰੱਥਾ ਨਹੀਂ ਸੀ, ਜਿਹਦੇ ਕਰਕੇ ਹੈ। ਦੂਜੇ ਪਾਸੇ ਲੋਕ ਬੇਘਰ ਹੋ ਗਏ। 20 ਕਰੋੜ ਦੇ ਨੌਕਰੀਆਂ ਚਲੀਆਂ ਗਈਆਂ ਤੇ ਮਨ ਕੀ ਬਾਤ ਦੇ ਵਿੱਚ ਕਦੇ ਅੱਜ ਤੱਕ ਨਰਿੰਦਰ ਮੋਦੀ ਸਾਹਿਬ ਦੇ ਇਹ ਗੱਲ ਤਾਂ ਕਦੇ ਆਈ ਨਹੀਂ ਕਿ ਇਹ ਜਿਹੜਾ ਇੰਨਾ ਕੁਝ ਹੋ ਗਿਆ ਕਰੋਨਾ ਦੇ ਵਿੱਚ ਉਹ ਸਿਰਫ ਆਪਦੀਆਂ ਪ੍ਰਾਪਤੀਆਂ ਜਾਂ ਚੰਦ ਜਿਹੜੇ ਯਾਰ ਜੋਟੀਦਾਰ ਨੇ, ਯਾਰ ਨੇ, ਉਹਨਾਂ ਨੂੰ ਕੀ ਕੁਝ ਕਰਤਾ ਉਹਨੂੰ ਬਣਾਉਣ ਤੱਕ ਹੀ ਸੀਮਤ ਨੇ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ। ਮੁੱਦਾ ਚਾਹੇ ਸਿਆਸੀ ਹੋਵੇ, ਧਾਰਮਿਕ ਹੋਵੇ ਜਾਂ ਫਿਰ ਸਮਾਜਿਕ। ਇਸ ਚਰਚਾ ਦਾ ਹਿੱਸਾ ਬਣਦੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ। ਢਿੱਲੋਂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ, ਮਿਹਰਬਾਨੀ ਜੀ। ਢਿੱਲੋਂ ਸਾਹਿਬ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦੁਆਬੇ ਦਾ ਦੌਰਾ ਕੀਤਾ ਜਾ ਰਿਹਾ। ਪਹਿਲਾਂ ਨਵਾਂਸ਼ਹਿਰ ਪਹੁੰਚੇ ਤੇ ਹੁਣ ਉਹ ਹੁਸ਼ਿਆਰਪੁਰ ਪਹੁੰਚੇ ਹੋਏ ਨੇ ਤੇ ਨਾਲ ਹੀ ਉਹਨਾਂ ਵੱਲੋਂ ਜਿਹੜੇ ਬੇਜ਼ਮੀਨੇ ਕਿਸਾਨ ਨੇ ਤੇ ਨਾਲ ਹੀ ਮਜ਼ਦੂਰ ਨੇ ਉਹਨਾਂ ਨੂੰ ਕਰਜ਼ਾ ਰਾਹਤ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਨੇ। ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ, ਮੇਰੇ ਖਿਆਲ ਸ਼ਾਇਦ 520 ਕਰੋੜ ਦਾ ਇਹ ਹੈਗਾ ਜਿਹੜਾ ਸਰਕਾਰ ਨੇ ਮਾਫ ਕੀਤਾ ਜੀ, ਵੀ ਬੇਜ਼ਮੀਨੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਇਹ ਜਿਹੜਾ ਹੈਗਾ ਅਸੀਂ ਦੇਵਾਂਗੇ, ਉਹਨਾਂ ਦੇ ਕਰਜ਼ੇ ਮਾਫ ਕਰਾਂਗੇ। ਇਹਦੇ 'ਚ ਕੀ ਹੈਗਾ ਕਿ ਹੁਣ ਚੋਣਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਵੀ ਲੰਗੋਟ ਕਸ ਲਏ ਨੇ, ਕਿਉਂਕਿ ਪਹਿਲਾਂ ਤਾਂ ਉਹ ਸੀਸਮਾ ਫਾਰਮ 'ਚੋਂ ਬਾਹਰ ਨਹੀਂ ਨਿਕਲੇ। 1.5 ਸਾਲ ਕਰੋਨਾ ਨੇ ਲਾਤਾ ਜੀ। ਤਾਂ MLA ਤੇ ਉਹਨਾਂ ਦੇ ਮੰਤਰੀ ਕਹਿੰਦੇ ਸੀ ਵੀ ਮੁੱਖ ਮੰਤਰੀ ਸਾਹਿਬ ਦਰਸ਼ਨ ਦਿਓ, ਪਰ ਹੁਣ ਜਿਵੇਂ ਕੱਲ੍ਹ ਉਹ ਸਾਰਾਗੜੀ ਵੀ ਗਏ ਨੇ, ਅੱਜ ਇਹ ਦੁਆਬੇ ਦੇ ਤੇ ਮਾਝੇ ਦੇ ਦੌਰੇ ਤੇ ਨੇ। ਦੋਹਾਂ ਥਾਵਾਂ ਦੇ ਉੱਤੇ ਉਹਨਾਂ ਨੇ ਬੇਜ਼ਮੀਨੇ ਕਿਸਾਨਾਂ ਨੂੰ ਸਰਟੀਫਿਕੇਟ ਦੇਣੇ ਨੇ, ਕਿਉਂਕਿ ਹੁਣ ਪਤਾ ਲੱਗ ਗਿਆ ਕਿ ਚੋਣਾਂ ਦੇ ਵਿੱਚ ਤਾਂ 6 ਮਹੀਨੇ ਰਹਿ ਗਏ ਨੇ। ਜੇ ਕੋਈ ਕਾਰਗੁਜ਼ਾਰੀ ਹੋਏਗੀ ਤਾਂ ਹੀ ਅੱਗੇ ਜਾਣਗੇ, ਜੇ ਕਾਰਗੁਜ਼ਾਰੀ ਕੋਈ ਨਹੀਂ ਹੋਏਗੀ ਤਾਂ ਕਿੱਥੇ ਜਾਣਗੇ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੇ ਹੁਣ ਇਹ ਪ੍ਰੋਗਰਾਮ ਉਲੀਕਣੇ ਸ਼ੁਰੂ ਕੀਤੇ ਨੇ। ਇਹੀ ਗੱਲ ਤਾਂ ਇਹਦੇ ਬਾਰੇ ਦੇ ਵਿੱਚ ਅਕਾਲੀ ਦਲ ਦੋਸ਼ ਲਾਉਂਦਾ ਹੈਗਾ, ਮਤਲਬ ਕਿਸਾਨ ਜਥੇਬੰਦੀਆਂ ਕੋਲੇ, ਕਿ ਮੁੱਖ ਮੰਤਰੀ ਸਾਹਿਬ ਸਰਕਾਰ ਦੀ ਆੜ ਦੇ ਵਿੱਚ ਆਪਣਾ ਪ੍ਰਚਾਰ ਕਰੀ ਜਾਂਦੇ ਆ, ਸਾਨੂੰ ਤੁਸੀਂ ਬੰਦ ਕਰ ਰਹੇ ਹੋ ਜੀ, ਜਿਹਦੇ ਕਰਕੇ ਇਹਨਾਂ ਦਾ ਬਖਰੇਵਾਂ ਵੀ ਹੈ। ਤੇ ਅਕਾਲੀਆਂ ਨੇ ਕਿਹਾ ਵੀ ਹੈ ਕਿ ਇਹ ਫੈਸਲੇ ਤੇ ਮੁੜ ਵਿਚਾਰ ਕਰ ਲਿਆ ਜਾਵੇ, ਕਿਉਂਕਿ ਸਿਆਸੀ ਆਗੂ ਜੇ ਨਾ ਸਿਆਸਤ ਕਰਨਗੇ ਤਾਂ ਉਹ ਕਿੱਧਰ ਨੂੰ ਜਾਣਗੇ। ਅੱਗੇ ਪੰਜਾਬ ਦੀ ਫਿਜ਼ਾ ਕਿਹੀ ਜਿਹੀ ਬਣਦੀ ਹੈ ਅੱਗੇ ਸਮਾਂ ਦੱਸੇਗਾ, ਪਰ ਜਿਹੜੀ ਇਹ ਰਾਹਤ ਦਿੱਤੀ ਹੈ ਇਹਦਾ ਚੋਣਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਪਾਰਟੀ ਨੂੰ ਕਿੰਨਾ ਕੁ ਲਾਹਾ ਮਿਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਦੇਖੋ ਕੁਛ ਨਾ ਕੁਛ ਤਾਂ ਰਾਹਤ ਮਿਲਦੀ ਹੈ ਜੇ ਕਿਸੇ ਦਾ ਕਰਜ਼ਾ ਵਗੈਰਾ ਮਾਫ ਹੁੰਦਾ ਹੈਗਾ ਜੀ। ਮੈਨੂੰ ਪਤਾ ਲੱਗਿਆ ਸ਼ਾਇਦ 80,000 ਇਹਦਾ ਲਾਭਪਾਤਰੀ ਹੈ ਲਗਭਗ। ਸੋ ਇਹ ਇੱਕ ਚੰਗਾ ਕਦਮ ਹੈ। ਜੇ 80-85,000 ਬੰਦੇ ਨੂੰ ਇਹਦਾ ਫਾਇਦਾ ਹੋਣਾ ਹੈ ਤਾਂ ਉਹਦਾ ਲਾਹਾ ਵੀ ਜ਼ਰੂਰ
ਮਿਲੇਗਾ। ਜੀ ਢਿੱਲੋਂ ਸਾਹਿਬ, ਨਾਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਆਉਂਦੀਆਂ ਦੇਖ ਕੇ ਦਲ ਬਦਲੀ ਦਾ ਸਿਲਸਿਲਾ, ਨਾਰਾਜ਼ਗੀਆਂ ਦਾ, ਗਿਲੇ ਸ਼ਿਕਵਿਆਂ ਦਾ ਸਿਲਸਿਲਾ ਲਗਾਤਾਰ ਸ਼ੁਰੂ ਹੋ ਗਿਆ। ਇਸੇ ਦੇ ਚੱਲਦਿਆਂ ਸ਼ਾਮ 84 ਤੋਂ ਅਕਾਲੀ ਦਲ ਦੀ ਵਿਧਾਇਕ ਰਹੇ ਨੇ ਬੀਬੀ ਮਹਿੰਦਰ ਕੌਰ ਜੋਸ਼, ਉਹਨਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਆ ਅਕਾਲੀ ਦਲ ਦੇ ਨਾਲ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਪਾਰਟੀ ਨੇ ਧੱਕਾ ਕੀਤਾ ਹੈ। ਬੀਬੀ ਮਹਿੰਦਰ ਕੌਰ ਜੋਸ਼ 3 ਵਾਰੀਆਂ ਦੇ ਵਿਧਾਇਕ ਨੇ, ਇੱਕ ਵਾਰੀ ਉਹ ਮੰਤਰੀ ਵੀ ਰਹੇ ਨੇ। ਉਹਨਾਂ ਦਾ ਕਹਿਣਾ ਕਿ ਉਹਨਾਂ ਨਾਲ ਧੱਕਾ ਕੀਤਾ ਕਿਉਂਕਿ ਸ਼ਾਮ 84 ਦੀ ਸੀਟ ਜਿਹੜੀ ਹੈ ਉਹ ਬਹੁਜਨ ਸਮਾਜ ਪਾਰਟੀ ਨੂੰ ਅਕਾਲੀਆਂ ਨੇ ਮੇਰੇ ਖਿਆਲ ਛੱਡ ਦਿੱਤੀ ਹੈ ਸਮਝੌਤੇ ਦੇ ਵਿੱਚ। ਕਈ ਥਾਵਾਂ ਦੇ ਉੱਤੇ ਇਹਨਾਂ ਨੇ ਬੀਜੇਪੀ ਵਾਲਿਆਂ ਨੂੰ ਵੀ ਸ਼ਾਮਲ ਕਰਾਇਆ ਆਪਣੇ ਵਿੱਚ, ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ ਨੇ। ਬੀਬੀ ਜੀ ਦਾ ਕਹਿਣਾ ਹੈ ਕਿ ਮੈਂ ਲੰਬਾ ਸਮਾਂ ਪਾਰਟੀ ਦੀ ਸੇਵਾ ਕੀਤੀ ਹੈ। ਉਹਨਾਂ ਦੇ ਜਿਹੜੇ ਪਿਤਾ ਸੀ ਸਰਦਾਰ ਅਰਜਨ ਸਿੰਘ ਜੋਸ਼, ਉਹ ਵੀ ਅਕਾਲੀ ਦਲ ਦੇ ਸਰਗਰਮ ਆਗੂ ਸਨ। ਸੋ ਬੀਬੀ ਜੀ 3 ਵਾਰ ਦੇ ਵਿਧਾਇਕ ਨੇ। ਉਹ ਕਹਿੰਦੇ ਵੀ ਹੁਣ ਜਦੋਂ ਦੂਜੀਆਂ ਪਾਰਟੀਆਂ ਨਾਲ ਸਮਝੌਤਾ ਕਰ ਲਿਆ ਤਾਂ ਆਪਣੀਆਂ ਪਾਰਟੀਆਂ ਨਾਲ ਅਣਦੇਖੀ ਕਰ ਰਿਹਾ ਅਕਾਲੀ ਦਲ, ਜਿਹੜਾ ਅਕਾਲੀ ਦਲ ਨੂੰ ਮਹਿੰਗਾ ਸਾਬਤ ਹੋ ਸਕਦਾ ਹੈ। ਉਹ ਕਹਿੰਦੇ ਵੀ ਮੈਂ ਆਪਣੇ ਵਰਕਰਾਂ ਨਾਲ ਗੱਲ ਕਰਾਂਗੀ, ਵਰਕਰਾਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਮਤਲਬ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਫੈਸਲਾ ਲੈ ਸਕਦੇ ਹਾਂ। ਜ਼ਿਆਦਾਤਰ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਆਜ਼ਾਦ ਚੋਣ ਵੀ ਲੜ ਸਕਦੇ ਹਾਂ। ਜੇ ਉਹ ਆਜ਼ਾਦ ਚੋਣ ਲੜਦੇ ਨੇ ਤਾਂ ਪਿਛੋਕੜ ਤਾਂ ਅਕਾਲੀ ਦਲ ਦਾ ਹੈ। ਉਸ ਜਗ੍ਹਾ ਦੇ ਉੱਤੇ ਜਿਹੜਾ ਬਹੁਜਨ ਸਮਾਜ ਪਾਰਟੀ ਜਿਹਦਾ ਵੀ ਉਮੀਦਵਾਰ ਖੜਾ ਹੈਗਾ, ਅਕਾਲੀ ਦਲ ਨੂੰ ਉਹਦਾ ਨੁਕਸਾਨ ਪਹੁੰਚ ਸਕਦਾ। ਇਹ ਇਕੱਲਾ ਇੱਕ ਹਲਕਾ ਨਹੀਂ ਹੈ ਜਿੱਥੇ ਇਸ ਤਰ੍ਹਾਂ ਦਾ ਹੋਇਆ। ਚਮਕੌਰ ਸਾਹਿਬ ਦੇ ਵਿੱਚ ਵੀ ਬੀਬੀ ਸਤਵੰਤ ਕੌਰ ਸੰਧੂ ਹੁੰਦੇ ਸੀ, ਉਹਨਾਂ ਦੇ ਸਪੁੱਤਰ ਨੇ ਹਰਮੋਹਨ ਸਿੰਘ ਸੰਧੂ, ਉਹਨਾਂ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਕਿਉਂਕਿ ਜਿਹੜੀ ਇਹ ਸੀਟ ਹੈ ਇਹ ਵੀ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਨੂੰ ਛੱਡ ਦਿੱਤੀ ਹੈ। ਸੋ ਹੁਣ ਚੋਣਾਂ ਦਾ ਸਮਾਂ ਆ ਗਿਆ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇੱਕ ਦੂਜੇ ਦੇ ਪ੍ਰਤੀ ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਕਿ ਨਾਲ ਜਿਹੜੀਆਂ ਵਫਾਦਾਰੀਆਂ ਨੇ ਉਹ ਤਬਦੀਲ ਹੋਣਗੀਆਂ। ਔਰ ਇੱਥੇ ਕੋਈ ਪੁਰਾਣਾ ਸਮਾਂ ਹੁੰਦਾ ਸੀ ਜਦੋਂ ਇਹ ਸਿਆਸਤ ਜਿਹੜੀ ਹੈ ਉਹ ਵੱਡੇ ਆਧਾਰ ਦੇ ਉੱਤੇ, ਅਸੂਲਾਂ ਦੇ ਆਧਾਰ ਤੇ ਕੀਤੀ ਜਾਂਦੀ ਸੀ। ਹੁਣ ਤਾਂ ਅਸੂਲੋ ਸਾਲ ਕਿਸੇ ਦਾ ਰਿਹਾ ਹੀ ਨਹੀਂ। ਜਿਹੜੇ ਸਭ ਤੋਂ ਸ਼ਿਖਰਲੇ ਆਗੂ ਨੇ ਅਸੂਲ, ਉਹਨਾਂ 'ਚ ਕੱਖ ਨਹੀਂ ਰਿਹਾ ਹੈਗਾ। ਇਹਨਾਂ ਦੇ ਵਿੱਚ ਕੀ ਰਹਿਣਾ ਹੈਗਾ। ਸੋ ਅੱਜ ਕੱਲ੍ਹ ਜਿਹੜੀ ਸਿਆਸਤ ਆ ਕੁਰਸੀ ਦੇ ਮੁਤਾਬਕ ਕੀਤੀ ਜਾ ਰਹੀ ਹੈ। ਜੇ ਕੁਰਸੀ ਆ ਤਾਂ ਪਾਰਟੀ ਆ ਤਾਂ ਸਭ ਕੁਛ ਹੈ। ਜੇ ਕੁਰਸੀ ਤੋਂ ਤੁਸੀਂ ਜਵਾਬ ਦੇਤਾ, MLA ਤੋਂ ਜਵਾਬ ਦੇਤਾ, ਫਿਰ ਮੰਤਰੀ ਬਣਾਉਣ ਤੋਂ ਜਵਾਬ ਦੇਤਾ, ਫਿਰ ਪਾਰਟੀ ਪੂਟੀ ਕੁਛ ਨਹੀਂ ਹੈਗੀ, ਕਦਰਾਂ ਕੀਮਤਾਂ ਕੁਛ ਨਹੀਂ ਹੈਗੀਆਂ। ਉਸ ਵੇਲੇ ਜਿਹੜੀ ਹੁਣ ਤਾਜ਼ਾ ਵਫਾਦਾਰੀਆਂ ਬਦਲਣ ਦਾ ਸਮਾਂ ਆ ਰਿਹਾ ਹੈ। ਜੇ ਉੱਪਰਲੇ ਪਾਸਿਓਂ ਸਾਰਾ ਕੁਝ ਸਹੀ ਸਲਾਮਤ ਹੋਵੇ, ਕੁਰਬਾਨੀ ਵਾਲਾ ਜਜ਼ਬਾ ਹੋਵੇ। ਇੱਥੇ ਕੁਰਬਾਨੀ ਤਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਸੀ ਵੀ ਤੇਰਾ ਤੇ ਇਹ ਸੰਪਰਕਤਾ ਲੈ ਕੇ ਕਹਿੰਦੇ ਆ ਮੇਰਾ ਇਹੋ ਤਾਂ ਕਾਰਨ ਹੈ ਕਿ ਪੰਜਾਬ ਸੂਬੇ ਤੋਂ ਸੂਬੀ ਬਣਾਇਆ, ਪੰਜਾਬ ਦੇ ਕਰਜ਼ਾ ਚੜਾਇਆ। ਉਹਦੇ ਵਿੱਚ ਦੋਨੇ ਸਿਆਸਤੀ ਪਾਰਟੀਆਂ ਜਿਨ੍ਹਾਂ ਨੇ ਹੁਣ ਤੱਕ ਰਾਜ ਕੀਤਾ ਹੈਗਾ ਇਹ ਜ਼ਿੰਮੇਵਾਰ ਨੇ। ਜਿਹੜਾ ਪੰਜਾਬ 1980 ਤੋਂ ਪਹਿਲਾਂ ਕਰਜ਼ਾ ਰਹਿਤ ਹੁੰਦਾ ਸੀ, ਹੁਣ ਮੋਟੇ ਕਰਜ਼ੇ ਦੇ ਭਾਰ ਥੱਲੇ ਹੈ ਤੇ ਇਹਨਾਂ ਦੀਆਂ ਤਜੌਰੀਆਂ ਲਗਾਤਾਰ ਪ੍ਰਫੁੱਲਤ ਮੋਟੀਆਂ ਹੁੰਦੀਆਂ ਜਾ ਰਹੀਆਂ ਨੇ। ਇਹੋ ਕਾਰਨ ਹੈ ਕਿ ਜਿਹੜਾ ਅਸੂਲ ਅਸਾਲ ਜਿਹੜੇ ਸੀਗੇ ਉਹ ਖਤਮ ਹੋ ਗਏ। ਜਿਹੜੀਆਂ ਕਦਰਾਂ ਕੀਮਤਾਂ ਹੁੰਦੀਆਂ ਸੀ, ਪਾਰਟੀਆਂ ਦੀਆਂ ਸਿਧਾਂਤ ਹੁੰਦੇ ਸੀ, ਉਹਨਾਂ ਸਿਧਾਂਤਾਂ ਨੂੰ ਇਹਨਾਂ ਆਗੂਆਂ ਨੇ ਤਲਾਂਜਲੀਆਂ ਦੇ ਦਿੱਤੀਆਂ ਨੇ ਲਗਾਤਾਰ। ਸੋ ਇਸ ਵੇਲੇ ਨਿੱਜਵਾਦ ਭਾਰੂ ਹੈ ਸਿਧਾਂਤਵਾਦ ਦੇ ਉੱਤੇ, ਜਿਹਦੇ ਕਰਕੇ ਇਹ ਸਾਰੀਆਂ ਜਿਹੜੀਆਂ ਵਫਾਦਾਰੀਆਂ ਉਹ ਬਦਲ ਰਹੀਆਂ ਨੇ। ਦੂਜੀ ਚੀਜ਼ ਇਹ ਵੀ ਹੈਗੀ ਆ, ਬਹੁਤ ਸਾਰੇ ਆਗੂ ਹੁਣ ਇਹ ਗੱਲ ਕਹਿੰਦੇ ਨੇ ਕਿ ਜੇ ਐਡਾ ਹੀ ਹੈਗਾ ਆਪਦੇ ਵਾਲੀਆਂ ਸੀਟਾਂ ਛੱਡ ਦਿਓ, ਸਾਡੀਆਂ ਤੇ ਤੁਸੀਂ ਕੱਟ ਮਾਰ ਰਹੇ ਹੋ, ਆਪਦੀਆਂ ਛੱਡੋ, ਤੁਸੀਂ ਤੇ ਜਿੱਥੋਂ ਮਰਜ਼ੀ ਖੜੇ ਹੋ ਕੇ ਜਿੱਤ ਜਾਓਗੇ। ਸੋ ਇਹ ਕਾਫੀ ਕੁਛ ਇਹਨਾਂ ਨੂੰ ਜਦੋਂ ਤੱਕ ਚੋਣਾਂ ਨਹੀਂ ਆਉਂਦੀਆਂ ਉਦੋਂ ਤੱਕ ਇਹ ਜਿਹੜੇ ਪਾਲੇ ਨੇ ਇਸੇ ਤਰ੍ਹਾਂ ਬਦਲਦੇ ਰਹਿਣਗੇ। ਜੀ ਢਿੱਲੋਂ ਸਾਹਿਬ, ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਨਾਲ ਹੀ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਤੇ। ਉਹਨਾਂ ਨੇ ਕਿਹਾ ਹੈ ਕਿ ਪਰਾਲੀ ਦਾ ਮਸਲਾ ਹਰ ਵਾਰ ਸਾਹਮਣੇ ਆ ਜਾਂਦਾ ਹੈ, ਪਰ ਇਹਦੇ ਵਾਸਤੇ ਕਿਸਾਨ ਜ਼ਿੰਮੇਵਾਰ ਨਹੀਂ, ਸਰਕਾਰਾਂ ਜ਼ਿੰਮੇਵਾਰ ਨੇ, ਸਰਕਾਰਾਂ ਹੱਲ ਨਹੀਂ ਕੱਢ ਰਹੀਆਂ। ਤੇ ਹੁਣ ਉਹਨਾਂ ਨੇ ਇੱਕ ਹੱਲ ਦੱਸ ਦਿੱਤਾ ਹੈ, ਕੋਈ ਬਾਇਓਡੀ ਕੰਪੋਜ਼ਰ ਆ, ਕਹਿੰਦੇ ਉਹਦੇ ਨਾਲ ਜਿਹੜੀ ਪਰਾਲੀ ਗਲ ਜੂਗੀ ਤੇ ਜਿਹੜਾ ਅੱਗ ਲਾਉਣ ਦੀ ਲੋੜ ਨਹੀਂ ਪੈਣੀ। ਦੇਖੋ, ਅਰਵਿੰਦ ਕੇਜਰੀਵਾਲ ਹੋਰਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਦੇ ਉੱਤੇ ਅਸੀਂ ਅਸਹਿਮਤੀ ਵੀ ਪ੍ਰਗਟ ਕਰਦੇ ਹਾਂ, ਲੇਕਿਨ ਪਿਛਲੇ 3 ਸਾਲ ਤੋਂ ਅਰਵਿੰਦ ਕੇਜਰੀਵਾਲ ਨੇ ਪਰਾਲੀ ਦਾ ਮੁੱਦਾ ਬਾਰ-ਬਾਰ ਚੱਕਿਆ। ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਉਹਨਾਂ ਨੇ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚਿੱਠੀਆਂ ਲਿਖੀਆਂ ਕਿ
ਆਓ ਆਪਾਂ ਬਹਿ ਕੇ ਇਹਦਾ ਹੱਲ ਕਰ ਲਈਏ, ਜਿੱਦਣ ਤੁਸੀਂ ਦਿੱਲੀ ਆਉਂਦੇ ਹੋ ਜਾਂ ਦਿੱਲੀ ਆ ਜਾਓ, ਨਹੀਂ ਮੈਂ ਤੁਹਾਡੇ ਕੋਲੇ ਆ ਜਾਣਾ ਹੈ। ਆ ਸਾਡੇ ਵਾਲੇ ਸਰਦਾਰ ਸਾਹਿਬ ਨੇ ਤਾਂ ਕਹਿੰਦੇ ਨੋ 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 ਨੀਡ। ਤਾਂ ਉਸ ਵੇਲੇ ਕੇਜਰੀਵਾਲ ਸਾਹਿਬ ਫਿਰ ਚੰਡੀਗੜ੍ਹ ਦੇ ਵਿੱਚ ਆਏ ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਮਿਲ ਕੇ ਗਏ। ਉਹ ਕਹਿੰਦੇ ਵੀ ਮੁੱਖ ਤੌਰ ਦੇ ਉੱਤੇ ਜਿਹੜਾ ਇਹ ਪਰਾਲੀ ਦਾ ਸਭ ਤੋਂ ਵੱਧ ਮੁੱਦਾ ਹੈ, ਇਹ ਹਰਿਆਣਾ, ਪੰਜਾਬ, ਯੂਪੀ ਦਾ ਤੇ ਪੰਜਾਬ ਦਾ ਜੀ, ਦਿੱਲੀ ਦਾ। ਇਹਦੇ ਤੇ ਸਾਨੂੰ ਮਿਲ ਬੈਠ ਕੇ ਕੋਈ ਨਾ ਕੋਈ ਢੰਗ ਲੱਭਣਾ ਚਾਹੀਦਾ। ਇਹ ਜਿਹੀ ਕੋਈ ਚੀਜ਼ ਨਹੀਂ ਜਿਹਦਾ ਹੱਲ ਨਾ ਨਿਕਲਦਾ ਹੋਵੇ। ਸਰਕਾਰਾਂ ਨੇ ਜਿੱਥੇ ਇਸ ਮਾਮਲਿਆਂ ਦੇ ਵਿੱਚ ਭਾਵੇਂ ਗ੍ਰੀਨ ਟ੍ਰਿਬਿਊਨਲ ਆ ਜਾਂ ਹੋਰ ਹੈ, ਹਾਲਾਂਕਿ ਇਹਨਾਂ ਟ੍ਰਿਬਿਊਨਲਾਂ ਦੇ ਤਾਂ ਜਿਹੜੇ ਮੈਂਬਰ ਨੇ ਉਹ ਲਾਏ ਹੀ ਨਹੀਂ ਸੀ। ਇਹ ਤਾਂ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਡੰਡਾ ਕੱਸਿਆ ਕਿ 31 ਦੇ ਤੁਹਾਡੇ ਇਹ ਖਾਲੀ ਤੁਰੇ ਫਿਰਦੇ ਨੇ, ਤੁਸੀਂ ਇਹਨਾਂ ਦੇ ਵਿੱਚ ਅਹੁਦੇ ਲਾਉਂਦੇ ਕਿਉਂ ਨਹੀਂ। ਤਾਂ ਤਾਜ਼ਾ ਪਤਾ ਲੱਗਿਆ ਕਿ 31 ਟ੍ਰਿਬਿਊਨਲਾਂ ਦੇ ਮੈਂਬਰ ਆ ਜਿਹੜੇ ਉਹ ਕੱਲ ਤੱਕ ਕੇਂਦਰ ਸਰਕਾਰ ਨੇ ਭਰਤੇ ਨੇ। ਇਸੇ ਕਰਕੇ ਗ੍ਰੀਨ ਟ੍ਰਿਬਿਊਨਲ ਵੀ ਇਹਨਾਂ ਨੂੰ ਬਾਰ-ਬਾਰ ਕਹਿੰਦਾ ਸੀ ਕਿ ਪਰਾਲੀ ਦਾ ਕੋਈ ਹੱਲ ਕਰੋ। ਪਰਾਲੀ ਦਾ ਹੱਲ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ। ਪਰਾਲੀ ਦਾ ਹੱਲ ਤਾਪ ਬਿਜਲੀ ਘਰ ਲਾ ਕੇ ਹੋ ਸਕਦਾ ਹੈ। ਕੁਝ ਤਾਪ ਬਿਜਲੀ ਘਰ ਲਾਏ ਵੀ ਜਾ ਰਹੇ ਆ, ਪਤਾ ਨਹੀਂ ਉਹ ਕਿਹੜੇ ਪੜਾਅ ਦੇ ਉੱਤੇ ਪਛੜ ਗਏ। ਪਤਾ ਲੱਗਿਆ ਕਿ 15 ਦੇ ਕਰੀਬ ਜਿਹੜੇ ਪੇਡਾ ਏਜੰਸੀ ਵੱਲੋਂ ਬਾਇਓਮਾਸ ਦੇ ਆਧਾਰਿਤ ਇਹ ਲਾਏ ਜਾ ਰਹੇ ਨੇ, ਪਰ ਇਹਨਾਂ ਮਾਮਲਿਆਂ ਦੇ ਵਿੱਚ ਪਛੜ ਗਿਆ ਸਿਸਟਮ, ਜਿਹਦੇ ਕਰਕੇ ਘੱਟੋ ਘੱਟ ਆਹ ਸੀਜ਼ਨ ਦੇ ਵਿੱਚ ਉਹ ਨਹੀਂ ਚੱਲਣਗੇ। ਜੇ ਇਹ ਸੀਜ਼ਨ 'ਚ ਨਹੀਂ ਚੱਲਣਗੇ ਤੇ ਸਰਕਾਰ ਦਾ ਭੋਗ ਵੀ ਪੈ ਜਾਊਗਾ ਫਰਵਰੀ ਦੇ ਵਿੱਚ। ਤਾਂ ਫਿਰ ਨਵੀਂ ਸਰਕਾਰ ਜਿਹੜੀ ਆਊਗੀ ਉਹਨਾਂ ਦੇ ਰਾਜ ਦੇ ਵਿੱਚ ਉਹ ਚੱਲਣੇ ਨੇ। ਬਠਿੰਡੇ ਬਾਰੇ ਐਲਾਨ ਕੀਤਾ ਸੀ ਕਿ ਇਹਨੂੰ ਪਰਾਲੀ ਤੇ ਚਲਾ ਲਾਂਗੇ 100 ਮੈਗਾਵਾਟ, ਪਰ ਉਹ ਨਹੀਂ, ਉਲਟਾ ਉਹਨੂੰ ਢਾਉਣਾ ਸ਼ੁਰੂ ਕਰ ਦਿੱਤਾ। ਮੈਂ ਕਈ ਵਾਰ ਗੱਲ ਕੀਤੀ ਹੈ ਕਿ ਬਠਿੰਡੇ ਵਾਲੇ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਨੂੰ ਜਨ ਹਿੱਤ ਪਟੀਸ਼ਨ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਪਾਉਣੀ ਚਾਹੀਦੀ ਹੈ ਕਿ 750 ਕਰੋੜ ਰੁਪਈਆ ਲੋਕਾਂ ਦੇ ਟੈਕਸਾਂ ਦਾ ਖਰਚਿਆ ਗਿਆ। 2030 ਤੱਕ ਇਹਦੀ ਸਮਾਂ ਨਿਭਾਇਆ ਗਿਆ ਸੀ ਤੇ 10 ਸਾਲ ਪਹਿਲਾਂ ਹੀ ਇਹਨੂੰ ਖਤਮ ਕਰ ਦਿੱਤਾ ਗਿਆ। ਤਾਂ ਲੋਕਾਂ ਦਾ 750 ਕਰੋੜ ਰੁਪਈਆ ਕਿਸੇ ਹੋਰ ਅਰਥ ਆਉਂਦਾ, ਜਾਂ ਬਿਜਲੀ ਨਿਗਮ ਨੂੰ ਹੀ ਦਿੱਤਾ ਜਾਂਦਾ ਜਿਹੜਾ 30,000 ਕਰੋੜ ਦਾ ਉਹ ਕਰਜ਼ਾ ਲੈ ਰਹੇ ਨੇ, ਉਹ ਕਰਜ਼ੇ ਦੇ ਵਿੱਚ ਕੋਈ ਰਾਹਤ ਮਿਲਦੀ ਨਹੀਂ ਕੀਤੀ ਗਈ। ਸੋ ਉਹਨਾਂ ਨੇ ਕਿਹਾ ਕਿ ਜਿਹੜਾ ਬਾਇਓਡੀਕੰਪੋਜ਼ਰ ਦਾ ਇੱਕ ਤਜਰਬਾ ਕੀਤਾ ਉਹਨਾਂ ਨੇ ਪਿਛਲੇ ਸਾਲ, ਉਹ ਬਾਇਓਡੀਕੰਪੋਜ਼ਰ ਦੇ ਜਿਹੜਾ ਛਿੜਕਾਅ ਤੋਂ ਬਾਅਦ ਇਹ ਸਾਰਾ ਕੁਝ ਮਿਲ ਜਾਂਦਾ ਹੈ ਔਰ ਵਾਹ ਕੇ ਉਹਨੂੰ ਧਰਤੀ 'ਚ ਮਿਲਾਇਆ ਜਾ ਸਕਦਾ ਹੈ। ਜਿਹੜਾ ਸਟਰਾ ਪਰਾਲੀ ਦਾ ਫੂਸ ਹੈ ਉਹਦੇ ਵਿੱਚ ਜਿਹੜੀ ਕਹਿੰਦੇ ਆ ਵੀ ਖਾਦਾਂ ਦੀ ਕਾਫੀ ਚੋਖੀ ਵਰਤੋਂ ਰਹਿ ਜਾਂਦੀ ਹੈ। ਜੇ ਉਹਨਾਂ ਨੂੰ ਵਿੱਚ ਜ਼ਮੀਨ ਦੇ ਮਿਲਾ ਲਿਆ ਜਾਵੇ ਤਾਂ ਸਾਨੂੰ ਹੋਰ ਖਾਦਾਂ ਪਾਉਣ ਦਾ ਘਟ ਜਾਂਦਾ ਹੈ। ਇਹਦੇ ਨਾਲ ਜਿੱਥੇ ਬਾਜੂ ਮੰਡਲ ਅਸੀਂ ਅਸਮਾਨ 'ਚ ਧੂਆਂ ਫੈਲਾਉਂਦੇ ਆ ਉਹ ਤੋਂ ਰਾਹਤ ਮਿਲੂਗੀ। ਉਹਦੇ ਇਲਾਵਾ ਕਿਸਾਨ ਦਾ ਖਰਚ ਘਟੇਗਾ, ਉਹਨੂੰ ਵਿੱਚ ਵਾਹੁਣ ਦੇ ਨਾਲ ਜਿਹੜਾ ਹੈਗਾ ਨਵੀਂ ਖਾਦ ਘੱਟ ਵਰਤੋਂ ਹੋਵੇਗੀ। ਮੈਂ ਸਮਝਦਾ ਕਿ ਸਰਕਾਰਾਂ ਨੂੰ, ਖਾਸ ਕਰ ਜਿਹੜੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕੀਤੀ ਹੈ, ਤਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਮਾਂ ਉਹਨਾਂ ਦੇ ਹੱਦਾਂ ਤੇ ਬੈਠੇ ਹੈ, ਉਹਨਾਂ ਨਾਲ ਬੈਠ ਕੇ ਇਹਦਾ ਵਿਚਾਰ ਕਰਨਾ ਚਾਹੀਦਾ ਹੈ। ਇਸ ਵੇਲੇ ਸੰਯੁਕਤ ਮੋਰਚਾ ਇਸ ਲੈਵਲ ਤੱਕ ਪਹੁੰਚ ਕਰ ਗਿਆ, ਜੇ ਕੱਲ੍ਹ ਨੂੰ ਉਹ ਕੋਈ ਵੀ ਗੱਲ ਕਹਿਣਗੇ ਤਾਂ ਕਿਸਾਨਾਂ ਨੇ ਮੰਨ ਲੈਣੀ ਹੈ, ਭਾਵੇਂ ਉਹ ਸਹੁੰ ਪਵਾਉਣ, ਕੁਝ ਵੀ ਕਰਨ। ਇਹਦੇ ਨਾਲ ਘੱਟੋ ਘੱਟ ਜਿਹੜਾ ਇਹ ਵਾਤਾਵਰਨ ਹੈ ਉਹ ਸ਼ੁੱਧ ਹੋਣ ਵਾਲੇ ਪਾਸੇ ਨੂੰ ਤੁਰੇ। ਇੱਕ ਰਿਪੋਰਟ ਆਈ ਹੈ ਕਿ ਵਾਤਾਵਰਨ ਦੀ ਦੂਸ਼ਿਤਤਾ ਦੇ ਨਾਲ ਜਿਹੜਾ ਹਿੰਦੁਸਤਾਨ ਆ, ਇਹਦੇ ਜਿਹੜੇ ਲੋਕ ਨੇ ਇਹਨਾਂ ਦੀ ਔਸਤਨ ਉਮਰ ਦੇ ਵਿੱਚ ਲਗਭਗ 10 ਸਾਲ ਦੀ ਗਿਰਾਵਟ ਆ ਚੁੱਕੀ ਹੈ। ਇਸ ਵੇਲੇ ਔਸਤਨ ਜਿਹੜੀ ਉਮਰ ਹੈ ਉਹ 65 ਸਾਲ ਤੇ ਆ ਖੜੀ ਹੈ, ਜੋ ਕਿਸੇ ਵੇਲੇ 90 ਸਾਲ ਤੋਂ ਉੱਪਰ ਹੋਇਆ ਕਰਦੀ ਸੀ। ਇਹ ਇੱਕ ਬਹੁਤ ਵੱਡਾ ਇਸ਼ੂ ਹੈ। ਇਹਨੂੰ ਜਿਹੜਾ ਹੈਗਾ ਗੱਲਬਾਤ ਰਾਹੀਂ ਨਹੀਂ, ਕੁਝ ਕਰਕੇ ਕੀਤਾ ਜਾਵੇਗਾ। ਜੇ ਉਹਨਾਂ ਨੇ ਇਹ ਪ੍ਰੋਜੈਕਟ ਉੱਥੇ ਕਾਮਯਾਬ ਕਰ ਲਿਆ ਤਾਂ ਇਹ ਇਸ ਵਾਰ ਟੈਸਟ ਦੇ ਬੇਸ ਤੇ, ਇਹ ਪਰਖ ਦੇ ਬੇਸ ਦੇ ਉੱਤੇ ਕੁਝ ਹਿੱਸਿਆਂ 'ਚ ਪੰਜਾਬ 'ਚ ਤੇ ਹਰਿਆਣੇ 'ਚ ਕਰ ਲੈਣਾ ਚਾਹੀਦਾ। ਜੇ ਕਾਮਯਾਬ ਹੁੰਦਾ ਤਾਂ ਅਗਲੇ ਸਾਲ ਤੋਂ ਇਹਨੂੰ 100% ਲਾਗੂ ਕਰ ਦੇਣਾ ਚਾਹੀਦਾ। ਜੀ ਢਿੱਲੋਂ ਸਾਹਿਬ, ਤੁਸੀਂ ਚਰਚਾ ਕੀਤੀ ਹੈ ਕਿ ਸਰਕਾਰਾਂ ਕਰਜ਼ੇ ਲੈਂਦੀਆਂ ਨੇ, ਬੋਝ ਪੈਂਦਾ ਹੈ। ਇਸੇ ਦਾ ਜਿਹੜਾ ਮਿਲਦਾ ਜੁਲਦਾ ਬਿਆਨ ਆ ਉਹ ਪ੍ਰਗਟ ਸਿੰਘ ਦਾ ਆਇਆ। ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਮੁਫਤ ਦੇ ਵਿੱਚ ਜਿਹੜਾ ਸਰਕਾਰਾਂ ਦਿੰਦੀਆਂ ਨੇ ਸਕੀਮਾਂ, ਜਿਸ ਤਰ੍ਹਾਂ ਸਫ਼ਰ ਫ੍ਰੀ ਕੀਤਾ ਗਿਆ, ਤਾਂ ਉਹ ਵੀ ਹੈ ਜਿਹੜਾ ਉਹ ਸਰਕਾਰ ਨੂੰ ਚਲਾਉਣ ਦੇ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਤੇ ਦੂਜੇ ਪਾਸੇ ਉਹਨਾਂ ਨੇ ਨਾਲ ਹੀ ਕਹਿ ਦਿੱਤਾ ਹੈ ਕਿ ਜੇਕਰ ਘੱਟ ਭਰਤੀਆਂ ਕੀਤੀਆਂ ਜਾਣ ਪਰ ਪੱਕੀਆਂ ਕੀਤੀਆਂ ਜਾਣ ਤਾਂ ਸਹੀ ਰਹਿੰਦਾ ਹੈ, ਕੱਚੇ ਕਾਮੇ ਭਰਤੀ ਕਰਨ ਦਾ ਕੋਈ ਫਾਇਦਾ ਨਹੀਂ। ਪ੍ਰਗਟ ਸਿੰਘ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ, ਪ੍ਰਗਟ ਸਿੰਘ ਹਮੇਸ਼ਾ ਤੱਥ ਆਧਾਰਿਤ ਗੱਲ ਕਰਦੇ ਨੇ। ਸਾਬਕਾ ਕਪਤਾਨ ਨੇ 10 ਸਾਲ ਉਹਨਾਂ ਨੇ ਕਪਤਾਨੀ ਦਾ ਝੰਡਾ ਹਾਕੀ ਦਾ ਅੰਤਰਰਾਸ਼ਟਰੀ ਪੱਧਰ ਤੇ ਚੁੱਕਿਆ। ਕਦੇ ਲਿਫਾਫੇਬਾਜ਼ੀ ਵਾਲੀ ਗੱਲ ਨਹੀਂ ਕਰਦੇ। ਜੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀਆਂ ਲਿਖੀਆਂ
ਤਾਂ ਉਹਦੇ ਵਿੱਚ ਵੀ ਪੰਜਾਬ ਦੀ ਦੁੱਖ ਦੀ ਰਗ ਦਾ ਵੇਰਵਾ ਦਿੱਤਾ। ਪੰਜਾਬੀ 'ਚ ਲਿਖੀ ਵੀ ਸ਼ਾਇਦ ਅਮਰਿੰਦਰ ਸਿੰਘ ਪੰਜਾਬੀ 'ਚ ਨਹੀਂ ਪੜ੍ਹਦੇ, ਉਹਨਾਂ ਨੇ ਫਿਰ ਅੰਗਰੇਜ਼ੀ 'ਚ ਲਿਖੀ। ਉਹਨਾਂ ਨੇ ਹਮੇਸ਼ਾ ਇਹ ਗੱਲਾਂ ਉਠਾਈਆਂ ਨੇ। ਆ ਤਾਜ਼ਾ ਚਿੱਠੀ ਜਿਹੜੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਲਿਖੀ ਹੈ, ਲੱਗਦਾ ਕਿ ਉਹਦੇ ਵਿੱਚ ਵੀ ਪ੍ਰਗਟ ਸਿੰਘ ਹੋਰਾਂ ਦੀ ਰਾਏ ਵਾਹਵਾ ਹੋਣੀ ਹੈ, ਕਿਉਂਕਿ ਉਹਨਾਂ ਨੇ ਜਿਹੜੇ ਸਰਕਾਰ ਨੇ ਕੰਮ ਕੀਤੇ ਨੇ ਉਹਦੀ ਸ਼ਲਾਘਾ ਵੀ ਕੀਤੀ ਹੈ, ਨਾਲ ਨਾਲ ਕੁਝ ਮੁੱਦੇ ਵੀ ਉਭਾਰੇ ਨੇ। ਸੋ ਮੈਂ ਜਿਹੜੀ ਗੱਲ ਕਰਦਾ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਉਹ ਸੱਚੀ ਗੱਲ ਕਹਿ ਰਹੇ ਨੇ। ਉਹ ਕਹਿੰਦੇ ਆ ਕਿ ਕਦੋਂ ਤੱਕ ਅਸੀਂ ਮੁਕਤਖੋਰੀ ਦੀ ਰਾਜਨੀਤੀ ਕਰਦੇ ਰਹਾਂਗੇ। ਇਹ ਮੁਕਤਖੋਰੀ ਦੀ ਰਾਜਨੀਤੀ ਜਿਹੜੀ ਹੈ 1996 'ਚ ਸ਼ੁਰੂ ਹੋਈ ਸੀ, ਜਦੋਂ ਅਕਾਲੀਆਂ ਨੇ ਚੋਣ ਮਨੋਰਥ ਪੱਤਰ ਬਣਾਇਆ, ਉਹਦੇ ਵਿੱਚ ਕਹਿਤਾ ਕਿ ਅਸੀਂ ਬਿਜਲੀ ਮੁਕਤ ਕਰਾਂਗੇ। ਤਾਂ ਉਸ ਵੇਲੇ 6 ਮਹੀਨੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਸੀ। ਉਹਨਾਂ ਨੇ 7 ਏਕੜ ਵਾਲਿਆਂ ਦੀ ਬਿਜਲੀ ਮਾਫ ਕਰਤੀ। ਉਹ ਕਿਸੇ ਹੱਦ ਤੱਕ 7 ਏਕੜ ਵਾਲਾ ਜਿਹੜਾ ਕਦਮ ਸੀ ਉਹ ਕਾਫੀ ਹੱਦ ਤੱਕ ਸਹੀ ਵੀ ਸੀ ਜੀ। ਹੁਣ ਤੁਸੀਂ ਜਿਨ੍ਹਾਂ ਦੇ ਕੋਲ 200 ਏਕੜ ਹੈ, 400 ਏਕੜ ਹੈ, ਉਹਨਾਂ ਦਾ ਵੀ ਉਸੇ ਰੱਸੇ ਬੰਨ੍ਹਤਾ। ਸੋ ਮੁਕਤਖੋਰੀ ਦੀ ਰਾਜਨੀਤੀ ਲੰਬਾ ਸਮਾਂ ਚੱਲਦੀ ਨਹੀਂ। ਪ੍ਰਗਟ ਸਿੰਘ ਹੋਰੀ ਕਹਿੰਦੇ ਨੇ ਕਿ ਸਾਨੂੰ ਇਹਨਾਂ ਤੇ ਮੁੜ ਵਿਚਾਰ ਕਰਨਾ ਚਾਹੀਦਾ। ਕੀ ਸੂਬਾ ਇੱਕ ਪਾਸੇ ਤੁਸੀਂ ਇਹ ਚੀਜ਼ਾਂ ਦੇਤੀਆਂ ਕਿ ਮੁਕਤਖੋਰੀ ਹੈ, ਦੂਜੇ ਪਾਸੇ ਡਰਾਈਵਿੰਗ ਲਾਇਸੈਂਸ ਬਣਾ ਦਿਓ 5000 ਤੱਕ ਜਾ ਪਹੁੰਚਿਆ ਜੀ, ਅਸਲਾ ਲਾਇਸੈਂਸ ਬਣਾਓ 7000 ਤੱਕ ਪੈਂਦਾ, 8000 ਤੱਕ। ਇੱਕ ਪਾਸੇ 10 ਰੁਪਏ ਦੇ ਤੇ 100 ਰੁਪਇਆ ਜੇਬ ਚੋਂ ਕੱਢ ਲਿਆ। ਇਹ ਕਿੱਥੋਂ ਦੀ ਸਿਆਣਪ ਹੈ? ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ? ਕਿਉਂ ਲੋਕਾਂ ਤੇ ਆਪਦੀਆਂ ਜਿਹੜੇ 100 ਲਾ ਲਓ ਇੱਥੇ ਸਲਾਹਕਾਰ, 25 ਸਲਾਹਕਾਰ, ਉਹਨਾਂ ਦਾ ਬੋਝ ਪਾ ਕੇ ਕਿਉਂ ਬਰਬਾਦ ਕਰਦੇ ਹੋ ਲੋਕਾਂ ਨੂੰ? ਇਹ ਮੰਦਭਾਗਾ, ਨਹੀਂ ਹੋਣਾ ਚਾਹੀਦਾ। ਸੋ ਪ੍ਰਗਟ ਸਿੰਘ ਨੇ ਠੀਕ ਕਿਹਾ ਕਿ ਜਿਹੜੀ ਇਹ ਮੁਕਤ ਦੀ ਰਾਜਨੀਤੀ ਆ, ਇਹਨੂੰ ਛੱਡ ਕੇ ਸਿੱਖਿਆ, ਸਿਹਤ ਵੱਲ ਧਿਆਨ ਦਿਓ, ਬਾਕੀ ਜਿਹੜੀਆਂ ਨੇ ਉਹ 'ਤੇ ਵਿਚਾਰ ਕਰੋ, ਵਾਜਬ ਦਰ ਦਿਓ। ਜੇ ਬਿਜਲੀ ਦੇਣੀ ਆ ਵਾਜਬ ਦਰ ਦੇ ਦਿਓ। ਬਿਜਲੀ ਚੱਲਣੀ ਕਿੰਨੀ ਹੈ? ਕਿਸਾਨਾਂ ਦੀ ਤਾਂ 4 ਮਹੀਨੇ ਚੱਲਦੀ ਹੈ। ਆ ਪੈੜੀ ਦੇ ਸੀਜ਼ਨ ਦੇ ਵਿੱਚ, ਕਣਕ ਦੇ ਵਿੱਚ ਤਾਂ ਪਾਣੀ ਵੀ ਬਹੁਤ ਘੱਟ ਲੱਗਦੇ ਨੇ। ਸੋ ਉਹਨਾਂ ਨੂੰ ਮੁਕਤਖੋਰੀ ਦਿਖਾ ਕੇ ਬਾਕੀ ਹੋਰ ਬੋਝ ਵੀ ਬਿਜਲੀ ਬੋਰਡ ਦੇ ਉੱਤੇ ਕਿਸਾਨਾਂ ਦੀ ਆੜ 'ਚ ਪਾਇਆ ਜਾਂਦਾ ਹੈ। ਸੋ ਇਹ ਚੀਜ਼ਾਂ ਤੇ ਮੁੜ ਵਿਚਾਰ ਹੋਣਾ ਚਾਹੀਦਾ। ਜੇ ਇਹਦੇ ਤੇ ਕੋਈ ਹੋਰ ਬਦਲ ਵੀ ਸਹਿਮਤੀ ਬਣਦੀ ਹੈ, ਕਰ ਲੈਣੀ ਚਾਹੀਦੀ ਹੈ। ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਆ ਕੱਚੇ ਮੁਲਾਜ਼ਮ ਜਿਵੇਂ ਸੜਕਾਂ ਤੇ ਡੰਡੇ ਖਾਂਦੇ ਫਿਰਦੇ ਆ, ਉਹ ਕਹਿੰਦੇ ਘੱਟ ਕਰ ਲਓ ਭਰਤੀਆਂ, ਪਰ ਭਰਤੀਆਂ ਕਰੋ ਕਿਹਦੇ ਆਧਾਰ ਤੇ? ਪੱਕਿਆਂ ਦੇ ਆਧਾਰ ਤੇ। ਉਹ ਘੱਟੋ ਘੱਟ ਜਿਹੜਾ ਲੱਗ ਜਾਵੇ ਉਹਨੂੰ ਇਹ ਤਾਂ ਹੋਵੇ ਕਿ ਮੈਂ ਪੱਕਾ ਹੈਗਾ। ਆਹ ਸੜਕਾਂ ਤੇ ਵਿਚਾਰੇ ਕਿਵੇਂ ਰੁਲਦੇ ਫਿਰਦੇ ਨੇ ਥੋੜ੍ਹੇ ਪੈਸਿਆਂ ਦੇ ਉੱਤੇ। ਸਰਕਾਰਾਂ ਨੇ ਆਪ ਦੇ ਖਰਚੇ ਨਹੀਂ ਘਟਾਏ, ਇਹਨਾਂ ਚੀਜ਼ਾਂ ਨੂੰ ਘਟਾ ਲਿਆ। ਔਰ ਜਿਹੜੇ ਰਾਜਸੀ ਲੋਕ ਨੇ, ਮੈਂ ਸਮਝਦਾ ਕਿ ਇਹਨਾਂ ਨੂੰ ਜਿਹੜੀ ਲਾਲ ਫੀਤਾਸ਼ਾਹੀ ਆ ਉਹ ਰਾਹ ਹੀ ਨਹੀਂ ਦਿੰਦੀ। ਲਾਲ ਫੀਤਾਸ਼ਾਹੀ ਤੇ ਕਾਬੂ ਬਹੁਤ ਥੋੜੇ ਬੰਦਿਆਂ ਨੇ ਕੀਤਾ ਸੀ, ਇਹਨਾਂ ਤੋਂ ਨਹੀਂ ਹੋਇਆ। ਇਸ ਵਾਰ ਤਾਂ ਲਾਲ ਫੀਤਾਸ਼ਾਹੀ ਨੇ ਸਰਕਾਰ ਚਲਾਈ ਹੈ। ਜਿਹੜੇ ਜਿੱਤ ਕੇ ਲੋਕਾਂ ਦੇ ਨੁਮਾਇੰਦੇ ਬਣ ਕੇ ਗਏ ਸੀ, ਉਹ ਤਾਂ ਮੂਕ ਦਰਸ਼ਕ ਬਣ ਕੇ ਮੁੱਖ ਮੰਤਰੀ ਸਾਹਿਬ ਦੇ ਚਿਹਰੇ ਵੱਲ ਨੂੰ ਦੇਖ ਰਹੇ ਨੇ। ਉਹਨਾਂ ਦੇ ਅਹਿਲਕਾਰ ਇਹਨਾਂ ਜਿੱਤੇ ਹੋਏ ਵਿਧਾਇਕਾਂ ਨੂੰ ਦੀ ਬੇਇੱਜ਼ਤੀਆਂ ਕਰਦੇ ਨੇ, ਜਿਹਦੇ ਕਰਕੇ ਇਹਨਾਂ ਦੇ ਵਿੱਚ ਵੀ ਰੋਸ ਹੈ, ਪਰ ਬੋਲਦੇ ਨਹੀਂ, ਕਿਉਂਕਿ ਚਲੋ ਕੁਝ ਨਾ ਕੁਝ ਤਾਂ ਸਲੂਟ ਵੱਜਦੇ ਨੇ, ਝੰਡੀਆਂ ਲੱਗੀਆਂ ਵੀਆਂ ਨੇ। ਇਸ ਕਰਕੇ ਇਹ ਜਿਹੜੇ ਸਾਰੇ ਪ੍ਰਗਟ ਸਿੰਘ ਕਹਿੰਦੇ ਨੇ ਉਹ ਰਿਵਿਊ ਹੋਣ। ਤੁਸੀਂ ਦੇਖੋ ਨੀਟ ਦੀ ਪ੍ਰੀਖਿਆ ਦੇ ਵਿੱਚ 15 ਲੱਖ ਬੱਚਾ ਕੱਲ ਬੈਠਿਆ ਜੀ। ਔਰ ਜਿਹੜੀਆਂ ਚੀਜ਼ਾਂ ਇਹ ਕਰਦੇ ਨੇ, ਜਿੰਨੀਆਂ ਹੁਣ ਤੱਕ ਟੈਸਟ ਲਏ ਨੇ, ਉਹਦੇ ਵਿੱਚ ਜ਼ਮੀਨੀ ਹਕੀਕਤਾਂ ਨੂੰ ਛੱਡ ਕੇ ਇਹਨਾਂ ਨੇ ਉਹ ਧਮੱਚੜ ਪਾਇਆ ਕਿ ਆਮ ਬੱਚੇ ਵਿਚਾਰੇ ਆਪਦੇ ਮਾਪਿਓ ਤੋਂ ਬੱਸਾਂ ਦੇ ਕਿਰਾਏ, ਘੱਟੋ ਘੱਟ ਬੱਸਾਂ ਦਾ ਕਿਰਾਇਆ ਲੈ ਕੇ ਦੇ ਰਾਜ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਨੂੰ ਜਾਂਦੇ ਨੇ। ਜੇ ਉਹਦਾ ਸਾਰਾ ਸਿਸਟਮ, ਮੈਂ ਅਕਸਰ ਕਹਿਣਾ ਹੈ ਕਿ ਜ਼ਿਲ੍ਹੇ ਤੱਕ ਸੀਮਤ ਰੱਖ ਲਿਆ ਜਾਵੇ, ਘੱਟੋ ਘੱਟ ਸਵੇਰੇ ਬੱਚਾ ਜਾਵੇ, ਸ਼ਾਮ ਨੂੰ ਘਰ ਮੁੜ ਆਵੇ। ਇਹ ਬੈਠ ਕੇ ਕਰਦੇ ਕੀ ਨੇ? ਬਿਲਕੁਲ ਇਹ ਕਰਦੇ ਉੱਥੇ ਸਿਰਫ ਤੇ ਸਿਰਫ ਇਹਨਾਂ ਨੂੰ ਇਸ ਕਰਕੇ ਬਣਾਇਆ ਗਿਆ ਕਿ ਇਹਨਾਂ ਨੇ ਜਿਹੜਾ ਹੈਗਾ ਲੋਕਾਂ ਦੇ ਲਹੂ ਪੀਣਾ, ਲੋਕਾਂ ਦਾ ਗਲ ਤੇ ਅੰਗੂਠਾ ਰੱਖਣਾ। ਉਹ ਬੱਚੇ ਜਿਹੜੇ ਬੇਰੁਜ਼ਗਾਰ ਨੇ, ਬੇਰੁਜ਼ਗਾਰਾਂ ਬੱਚਿਆਂ ਨੂੰ ਤਾਂ ਜੇ ਟੈਸਟ ਦੇਣਾ ਕੋਈ ਨਾ ਕੋਈ ਉਹ ਦਿਓ, ਆਪਣਾ ਨਾਂ ਕੀ ਹੈ, ਸਹਾਇਤਾ, ਕਿ ਤੁਸੀਂ ਇੱਥੇ ਆਓ। ਹੁਣ ਪੁਲਿਸ ਦੀ ਭਰਤੀ ਫੇਰ ਕਰਤੀ ਹੈ, 1500 ਰੁਪਈਆ ਉਹਦੇ ਤੇ ਕਹਿੰਦੇ ਜੀ ਅਪਲਾਈ ਕਰਨ ਦਾ ਲਵਾਂਗੇ। ਲੱਖਾਂ ਬੱਚਿਆਂ ਨੇ ਭਰ ਦੇਣਾ, ਇਹਨਾਂ ਦਾ ਖਜ਼ਾਨਾ ਤਾਂ ਐਸੇ ਤਰ੍ਹਾਂ ਭਰਨ ਨੂੰ ਤੁਰੇ ਨੇ। ਜਿਹੜੀਆਂ ਸਰਕਾਰਾਂ ਬੇਰੁਜ਼ਗਾਰ ਬੱਚਿਆਂ ਨੂੰ ਤੋਂ ਉਹਦੀਆਂ ਜੇਬਾਂ ਵੀ ਛੱਡਦੀਆਂ ਨਹੀਂ, ਉਹਦੀਆਂ ਜੇਬਾਂ ਕੱਟਣ ਵੱਲ ਤੁਰੀਆਂ ਨੇ, ਉਹ ਤੋਂ ਆਸ ਕੀ ਰੱਖ ਸਕਦੇ ਹੋ? ਅੱਤਵਾਦ ਤੋਂ ਬਾਅਦ 1980 ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਭਾਣਾ ਵਾਪਰਿਆ, ਦੋਨੇ ਅਕਾਲੀ ਵੀ ਕਾਂਗਰਸੀ ਵੀ ਬਰਾਬਰ ਦੇ ਜ਼ਿੰਮੇਵਾਰ ਨੇ।
ਇਹਨਾਂ ਦੀਆਂ ਨੀਤੀਆਂ ਕਰਕੇ ਪੰਜਾਬ 14ਵੇਂ 15ਵੇਂ ਸਥਾਨ ਤੇ ਪਹੁੰਚ ਗਿਆ, ਜਿਹੜਾ ਪਹਿਲੇ ਸਥਾਨ ਤੇ ਹੋਇਆ ਕਰਦਾ ਸੀ, ਔਰ ਇਹਨਾਂ ਦੀਆਂ ਤਜੌਰੀਆਂ ਪਹਿਲੇ ਸਥਾਨ ਤੇ ਪਹੁੰਚ ਗਈਆਂ। ਸੋ ਜਦੋਂ ਤੱਕ ਲੋਕ ਇਹਨਾਂ ਨੂੰ ਲੋਕ ਕਚਹਿਰੀ 'ਚ ਨਹੀਂ ਲਿਆਉਣਗੇ, ਸਾਨੂੰ ਅੱਜ ਜ਼ਰੂਰਤ ਹੈ ਪ੍ਰਗਟ ਸਿੰਘ ਵਰਗੇ ਆਗੂਆਂ ਦੀ, ਜਿਹੜੇ ਸੱਚ ਨੂੰ ਸੱਚ ਕਹਿਣ ਦੀ ਜੁਰਤ ਰੱਖਦੇ ਨੇ। ਸੋ ਜੇ ਅਸਲੀਅਤ ਛਪਾ ਕੇ ਅਸੀਂ ਕੁਝ ਕਰਨਾ ਹੈ ਤਾਂ ਲੱਖ ਲਾਹਨਤ ਆ ਤੁਹਾਡੇ ਤੇ। ਸੋ ਸਾਨੂੰ ਜ਼ਰੂਰਤ ਹੈ ਕਿ ਜਿਹੜੀ ਪੋਜੀਸ਼ਨ ਸਾਡੀ ਹੈ ਉਹ ਲੋਕਾਂ ਨੂੰ ਦੱਸੋ ਕਿ ਸਾਡਾ ਖਜ਼ਾਨਾ ਇਹੋ ਜਿਹਾ। ਮੁੱਖ ਕਾਰਨ ਇਹ ਹੈ ਕਿ ਖਜ਼ਾਨਾ ਭਰਨ ਦੀ ਇਹਨਾਂ ਰਾਜਸੀ ਪਾਰਟੀਆਂ ਦੀ ਨੀਅਤ ਹੀ ਨਹੀਂ। ਜੀ ਢਿੱਲੋਂ ਸਾਹਿਬ, ਤੁਸੀਂ ਗੱਲ ਕੀਤੀ ਕਿ ਜਿਹੜੇ ਮੁਲਾਜ਼ਮ ਨੇ, ਕੱਚੇ ਨੇ ਜਾਂ ਹੋਰ ਬੇਰੁਜ਼ਗਾਰ ਅਧਿਆਪਕ ਨੇ, ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਨੇ। ਕੈਪਟਨ ਸਾਹਿਬ ਦਾ ਸ਼ਹਿਰ ਆ ਪਟਿਆਲਾ, ਧਰਨਿਆਂ ਦਾ ਸ਼ਹਿਰ ਬਣਦਾ ਹੋਇਆ ਦਿਖਾਈ ਦੇ ਰਿਹਾ। ਲੋਕ ਵੀ ਹੁਣ ਪਰੇਸ਼ਾਨ ਹੋ ਗਏ ਨੇ, ਜੋ ਲੋਕਲ ਪਟਿਆਲਾ ਦੇ ਰਹਿਣ ਵਾਲੇ ਨੇ। ਉਹ ਕਹਿੰਦੇ ਸਾਨੂੰ ਰਸਤਾ ਹੀ ਨਹੀਂ ਮਿਲ ਰਿਹਾ ਕਿ ਅਸੀਂ ਕਿੱਧਰ ਜਾਈਏ, ਰਸਤੇ ਬੰਦ ਨੇ, ਗਲੀਆਂ ਬਾਜ਼ਾਰਾਂ ਦੇ ਵਿੱਚ ਲੋਕ ਧੱਕੇ ਖਾਂਦੇ ਹੋਏ ਦੇਖੇ ਜਾ ਸਕਦੇ। ਦੇਖੋ, ਮੇਰੀ ਸਮਝ ਤੋਂ ਬਾਹਰ ਦੀ ਗੱਲ ਆ। ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਆ 5 ਸਾਲਾਂ ਦੇ ਵਿੱਚ ਮਸਾਂ 5-7 ਵਾਰੀ ਇੱਥੇ ਆਏ ਹੋਣਗੇ। ਇੱਕ ਵਾਰ ਤਾਂ ਉਹ ਲੋਕ ਸਭਾ 'ਚ ਵੋਟ ਪਾਉਣ ਆਏ ਸੀ, ਇੱਕ ਵਾਰੀ ਵਿਧਾਨ ਸਭਾ ਦੀ ਵੋਟ ਵੇਲੇ, ਉਹ ਤਾਂ ਚਲੋ ਅਜੇ ਇਲੈਕਸ਼ਨ ਆਪ ਲੜ ਰਹੇ ਸੀਗੇ। ਕੁੱਲ ਮਿਲਾ ਕੇ ਉਹ ਇੱਥੇ 10 ਕੁ ਵਾਰ ਮਸਾਂ ਆਏ ਹੈ ਜੀ। ਪਰ ਇਹ ਸਾਰੇ ਧਰਨੇ ਫੇਰ ਇੱਥੇ ਦਿੱਤੇ ਵੀਰੇ ਕਿਸ ਕਾਰਨ ਕਰਕੇ? ਜਾਂ ਤਾਂ ਸ਼ੀਸ਼ਵਾਂ ਇਹਨਾਂ ਦਾ ਘੇਰੋ ਜਾ ਕੇ ਇਹਨਾਂ ਨੂੰ ਪਤਾ ਲੱਗੇ। ਸੋ ਜਿਹੜੀਆਂ ਇਹ ਜਥੇਬੰਦੀਆਂ ਨੇ, ਇਹ ਪਹਿਲਾਂ ਵਿਚਾਰੇ ਬਠਿੰਡੇ ਧਰਨੇ ਦਿੰਦੇ ਸੀ, ਹੁਣ ਇੱਥੇ ਧਰਨੇ ਦੇ ਰਹੇ ਨੇ। ਅੱਜ ਉਹ ਜਿਹੜੇ ETT ਵਾਲੇ ਅਧਿਆਪਕ ਨੇ, ਉਹ ਨਹਿਰ ਤੇ ਜਾ ਪਹੁੰਚੇ ਨਾਭਾ ਰੋਡ ਦੇ ਉੱਤੇ ਕਿ ਅਸੀਂ ਤਾਂ ਛਾਲਾਂ ਮਾਰਨੀਆਂ ਜਾਂ ਕੋਈ ਸੰਘਰਸ਼ ਦਾ ਹੋਰ ਕੰਮ ਕਰਨਾ ਹੈ। ਹੁਣ ਪੰਚ ਸਰਪੰਚ ਵੀ ਆ ਰਹੇ ਨੇ 15 ਤਰੀਕ ਨੂੰ, ਉਹ ਕਹਿੰਦੇ ਹਮ ਵੀ ਆ ਰਹੇ ਹਾਂ। ਸੋ ਇਸ ਵੇਲੇ ਪਾਸੀ ਰੋਡ ਤੇ ਜਿਹੜੇ ਪੁਲਿਸ ਦੀ ਵੇਟਿੰਗ ਲਿਸਟ ਵਾਲੇ ਨੇ ਉਹ ਬੈਠੇ ਨੇ। ਮੈਨੂੰ ਉਹਨਾਂ ਦੀ ਵੀ ਸਮਝ ਤੋਂ ਬਾਹਰ ਹੈ। ਉਹਨਾਂ ਦਾ ਕੋਈ ਦੋ ਟੁੱਕ ਉਹਨਾਂ ਨਾਲ ਗੱਲ ਕਰੋ, ਜਾਂ ਉਹਨਾਂ ਨੂੰ ਦੱਸੋ ਕਿ ਜਿਹੜਾ ਤੁਹਾਡੀ ਉਦੋਂ ਭਰਤੀ ਹੋਈ ਸੀ, ਇਹ ਜਿਹੜੀ ਵੇਟਿੰਗ ਹੁੰਦੀ ਹੈ ਉਹਦੇ ਨਾਲ ਖਤਮ ਹੋ ਜਾਂਦੀ ਹੈ, ਹੁਣ ਨਵੇਂ ਸਿਰੇ ਤੋਂ ਭਰਤੀ ਹੋ ਰਹੀ ਹੈ। ਉਹ ਕਹਿੰਦੇ ਪਹਿਲਾਂ ਸਾਨੂੰ ਭਰਤੀ ਕਰੋ। ਉਦੋਂ ਸੰਘਰਸ਼ ਤੁਸੀਂ ਕਿਉਂ ਨਾ ਕੀਤਾ? ਸੋ ਉਹਨਾਂ ਦੀਆਂ ਮੰਗਾਂ ਨੇ, ਸੁਣੋ, ਜੇ ਜਾਇਜ਼ ਨੇ ਤਾਂ ਪੂਰੀਆਂ ਕਰੋ, ਜੇ ਨਹੀਂ ਜਾਇਜ਼ ਤਾਂ ਜਵਾਬ ਦਿਓ। ਸਾਰੇ ਪੋਲੋ ਗਰਾਊਂਡ ਹੈ, ਉਹ ਪੂਰਾ ਮੈਦਾਨ ਬਣਿਆ ਵਾ। ਫੁਆਰਾ ਚੌਂਕ ਦੇ ਨਾਲ ਠੀਕਰੀ ਵਾਲਾ ਚੌਕ ਹੈ, ਪੂਰਾ ਮੈਦਾਨ ਬਣਿਆ ਵਾ। ਤਾਂ ਲੋਕ ਕਹਿੰਦੇ ਨੇ ਕਿ ਸਾਨੂੰ ਮੁੱਖ ਮੰਤਰੀ ਚਾਹੀਦਾ ਹੀ ਨਹੀਂ, ਕਿ ਮੁੱਖ ਮੰਤਰੀ ਬਣ ਕੇ ਇਹ ਸ਼ਹਿਰ ਦਾ ਵਿਕਾਸ ਘੱਟ ਹੋਇਆ, ਵਿਨਾਸ਼ ਜ਼ਿਆਦਾ ਹੋਇਆ। ਸੋ ਉਹ ਲੋਕ ਕਹਿੰਦੇ ਨੇ ਵੀ ਅਸੀਂ ਜਾਈਏ ਕਿੱਥੇ? ਬੱਚਿਆਂ ਨੂੰ ਸਕੂਲ ਛੱਡਣਾ ਹੈ, ਸਮੱਸਿਆ। ਬੱਚਿਆਂ ਨੇ ਵਾਪਸ ਆਉਣਾ ਹੈ, ਘੰਟਿਆਂ ਬੱਧੀ ਉਹਨਾਂ ਨੂੰ ਖੜਨਾ ਪੈਂਦਾ, ਜਿਹੜੇ ਉਹਨਾਂ ਨੇ ਵਾਹਨ ਵੀ ਲਾਏ ਹੋਏ ਨੇ। ਫਿਰ ਲੋਕਾਂ ਨੇ ਕਸੂਰ ਕੀ ਕਰਤਾ ਇਹਨਾਂ ਨੂੰ ਮੁੱਖ ਮੰਤਰੀ ਬਣਾ ਕੇ? ਸੋ ਇਹਦਾ ਕੋਈ ਹੱਲ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਨਿਬੇੜਨਾ ਚਾਹੀਦਾ ਹੈ। ਜੇ ਕੱਲ੍ਹ ਨੂੰ ਲੋਕ ਅਦਾਲਤਾਂ ਵਿੱਚ ਚਲੇ ਗਏ, ਕਿਸੇ ਨੇ ਜਨਹਿਤ ਪਟੀਸ਼ਨ ਪਾਤੀ, ਅਦਾਲਤ ਨੇ ਕੋਈ ਟਿੱਪਣੀ ਸਖਤ ਕਰਤੀ, ਇਹਨਾਂ ਨੂੰ ਲੈਣੇ ਦੇ ਦੇਣੇ ਪੈ ਜਾਣਗੇ। ਸੋ ਜਿਹੜੇ ਇਹ ਜਥੇਬੰਦੀਆਂ ਦੇ ਮੁਲਾਜ਼ਮ ਨੇ, ਜਾਂ ਤਾਂ ਇਹਨਾਂ ਨਾਲ ਵਾਅਦਾ ਨਾ ਕਰੋ। ਕਈ ਜਥੇਬੰਦੀਆਂ ਵਾਲੇ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਨੇ 2016 ਦੇ ਵਿੱਚ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ। ਜੇ ਵਾਅਦੇ ਕੀਤੇ ਸੀ ਪਰ ਪੂਰੇ ਕਰੋ। ਗੱਲ ਉੱਥੇ ਆ ਗਈ। ਮੈਂ ਇਹ ਸਮਝਦਾ ਕਿ ਇਹਨਾਂ ਦਾ ਚੋਣ ਮਨੋਰਥ ਪੱਤਰ ਨੂੰ ਇੱਕ ਪਟੀਸ਼ਨ ਪਾ ਦਿਓ ਆ 22 ਦੀਆਂ ਚੋਣਾਂ ਤੋਂ ਪਹਿਲਾਂ ਕਿ ਉਹਨੂੰ ਕਾਨੂੰਨੀ ਦਸਤਾਵੇਜ਼ ਮੰਨਿਆ ਜਾਵੇ। ਜੇ ਉਹ ਕਾਨੂੰਨੀ ਦਸਤਾਵੇਜ਼ ਬਣ ਜਾਏਗਾ, ਘੱਟੋ ਘੱਟ ਆ ਝੂਠੇ ਵਾਅਦੇ, ਗੱਪ ਸਥਾਨ ਹੈ ਜਿਹੜਾ ਗਪੌੜ ਸੰਖ ਮਾਰਦੇ ਨੇ, ਇਹ ਨਹੀਂ ਕਰਨਗੇ। ਜੀ ਢਿੱਲੋਂ ਸਾਹਿਬ, ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਕੂਲਾਂ ਵਾਲਿਆਂ ਨੂੰ। ਇਸੇ ਦੇ ਚੱਲਦੇ ਲੋਕਡਾਊਨ ਲੱਗਿਆ, ਮਹਾਮਾਰੀ ਫੈਲੀ, ਤਾਂ ਆਨਲਾਈਨ ਸਟੱਡੀ ਵੱਲ ਲੋਕਾਂ ਦਾ ਧਿਆਨ ਗਿਆ। ਕਲਾਸਾਂ ਲੱਗਦੀਆਂ ਰਹੀਆਂ, ਆਨਲਾਈਨ ਬੱਚੇ ਪੜ੍ਹਦੇ ਰਹੇ। ਤੇ ਹੁਣ ਇੱਕ ਸਰਵੇ ਹੋਇਆ, ਸਰਵੇ ਦੇ ਵਿੱਚ ਜਿਹੜੇ ਅੰਕੜੇ ਨੇ ਬੜੇ ਹੈਰਾਨੀਜਨਕ ਨੇ। ਪਿੰਡਾਂ ਦੀ ਗੱਲ ਕਰ ਲਈਏ ਤਾਂ 37% ਤੇ ਨਾਲ ਹੀ ਸ਼ਹਿਰਾਂ ਦੇ ਵਿੱਚ ਜਿਹੜੇ 11% 19% ਬੱਚੇ ਨੇ, ਉਹ ਚੰਗੀ ਤਰ੍ਹਾਂ ਆਨਲਾਈਨ ਪੜ੍ਹਾਈ ਨਹੀਂ ਕਰ ਸਕੇ। ਪ੍ਰਮੋਟ ਕਰ ਦਿੱਤੇ ਗਏ 5ਵੀਂ ਦੇ ਵਿੱਚ, ਪਰ ਜਿਹੜਾ ਉਹਨਾਂ ਦਾ ਦਿਮਾਗੀ ਪੱਧਰ ਆ ਜਾਂ ਉਹਨਾਂ ਦਾ ਪੜ੍ਹਾਈ ਦਾ ਪੱਧਰ ਆ, ਉਹ ਸਿਰਫ ਅਜੇ ਤੀਜੀ ਕਲਾਸ ਵਾਲਾ ਹੈ। ਹਾਂਜੀ, ਇਹ ਨਾ ਜੀ ਇੱਕ ਸੰਸਥਾ ਹੈਗੀ ਹੈ, ਸਕੂਲ ਚਿਲਡਰਨ ਐਂਡ ਆਨਲਾਈਨ ਸਰਵੇ ਕਰਾਇਆ ਉਹਨਾਂ ਨੇ ਜੀ। ਇਹ ਸਰਵੇ ਦੇ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਜਿਵੇਂ ਤੁਸੀਂ ਅੰਕੜਾ ਬੋਲ ਹੀ ਦਿੱਤਾ ਹੈਗਾ ਕਿ 37% ਪੇਂਡੂ ਖੇਤਰ 'ਚ, 19% ਸ਼ਹਿਰੀ ਖੇਤਰ ਦੇ ਵਿੱਚ ਜਿਹੜੇ ਬੱਚੇ ਆ ਉਹ ਪਛੜ ਗਏ, ਪੜ੍ਹਾਈ ਨਹੀਂ ਕਰ ਸਕੇ। ਭਾਵੇਂ ਉਹਨਾਂ ਨੂੰ ਕਲਾਸਾਂ 'ਚ ਚੜਾਤਾ, ਉਹ ਦੂਜੀ ਤੀਜੀ ਦੇ ਪੱਧਰ ਦੇ ਰਹਿ ਗਏ ਨੇ। ਹੁਣ 5ਵੀਂ 'ਚ ਉਹਨਾਂ ਨੂੰ ਭੇਜਤਾ, ਆਉਂਦਾ ਉਹਨਾਂ ਨੂੰ ਦੂਜੀ ਤੀਜੀ ਵਾਲਾ, ਉਹ ਕੀ ਕਰਨਗੇ 10ਵੀਂ ਤੱਕ ਜਾ ਕੇ, ਜਦੋਂ ਉਹਨਾਂ ਦਾ ਆਧਾਰ ਹੀ ਜਿਹੜਾ ਹੈਗਾ ਉਹ ਮਤਲਬ ਖਰਾਬ ਹੋ ਗਿਆ। ਉਹਨਾਂ ਤੋਂ ਅੱਗੇ ਆਸ ਕੀ ਰੱਖੀ ਜਾ ਸਕਦੀ ਆ? ਇਹਦੇ ਵਿੱਚ ਜਿਹੜਾ ਮੁੱਖ ਕਾਰਨ ਸਾਹਮਣੇ ਨਿਕਲ ਕੇ ਆਇਆ ਹੈ, ਉਹ
ਇਹ ਹੈ ਕਿ ਉਹਨਾਂ ਦੇ ਕੋਲ, ਉਹਨਾਂ ਦੇ ਮਾਪਿਆਂ ਕੋਲ ਸਮਾਰਟਫੋਨ ਲੈਣ ਦੀ ਸਮਰੱਥਾ ਨਹੀਂ ਸੀ ਜੀ। ਆ ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਮਨ ਕੀ ਬਾਤ ਕਰਦੇ ਆ ਨਾ, ਕਰੋਨਾ ਦੇ ਵਿੱਚ ਨੌਕਰੀਆਂ ਤੋਂ ਬੇਘਰ ਹੋ ਗਏ, ਉਲਟਾ ਵਾਧੂ ਭਾਰ ਪਾ ਪਾ ਕੇ ਇਹਨਾਂ ਲੋਕਾਂ ਨੂੰ ਲੁੱਟਿਆ ਜਾ ਰਿਹਾ। ਬਹੁਤ ਵੱਡਾ ਕੰਮ ਕੀਤਾ ਜਾ ਰਿਹਾ ਹੈ। ਸਿਲੰਡਰ ਵੱਧ ਗਿਆ, ਦੁੱਗਣਾ ਹੋ ਗਿਆ ਇਹਨਾਂ ਦੇ ਰਾਜ ਦੇ ਵਿੱਚ। ਠੀਕ ਕਿਹਾ ਰਾਹੁਲ ਗਾਂਧੀ ਨੇ ਕਿ ਐਤਵਾਰ ਦਾ ਤੇ ਸੋਮਵਾਰ ਦਾ ਫਰਕ ਕੋਈ ਨਹੀਂ ਰਿਹਾ, ਕਿਉਂਕਿ ਘਰਾਂ 'ਚ ਹੀ ਬੈਠੇ ਆ, ਬੱਚੇ ਵੀ ਬੈਠੇ, ਲੋਕ ਵੀ ਬੈਠੇ ਨੇ। ਇਹਨੂੰ ਮਿਟਾਤਾ। 70 ਸਾਲ 'ਚ ਜੋ ਅਸੀਂ ਕੀਤਾ 7 ਸਾਲ 'ਚ ਇਹਨਾਂ ਨੇ ਉਹ ਡੋਬਤਾ। ਦੂਜੀ ਚੀਜ਼ ਇੱਕ ਹੋਰ ਆਈ ਹੈ ਕਿ GST ਹੁਣ ਵਿਆਹ ਤੇ ਵੀ ਲਾਤਾ। ਜੇ 5 ਲੱਖ ਦਾ ਵਿਆਹ ਕਰੋਗੇ 96,000 GST ਦਿਓਗੇ। ਇਹ ਲੋਕਾਂ ਨੂੰ ਮਾਰਨ ਵਾਲੀਆਂ ਗੱਲਾਂ ਕਰ ਰਹੇ ਨੇ, ਲੋਕਾਂ ਨੂੰ ਡੋਬਣ ਵਾਲੀਆਂ ਗੱਲਾਂ ਕਰ ਰਹੇ ਨੇ। ਚੰਦ 4-5 ਘਰਾਣਿਆਂ ਨੂੰ ਸਾਰੇ ਦੇਸ਼ ਦੀ ਦੌਲਤ ਲੁਟਾਈ ਜਾ ਰਹੀ ਹੈ। ਜੋ ਸਰਕਾਰੀ ਅਦਾਰੇ ਸੀ ਉਹ ਵੇਚੇ ਜਾ ਰਹੇ ਨੇ। ਸਰਕਾਰੀ ਸੰਸਥਾਵਾਂ ਨੂੰ ਗਹਿਣੇ ਕਰਨਾ ਦਾ ਕੰਮ ਕਰ ਰਿਹਾ ਹੈ। ਪਿੰਡਾਂ ਦੇ ਵਿੱਚ ਅਕਸਰ ਕਹਾਵਤ ਹੁੰਦੀ ਹੈ ਕਿ ਜਿਹੜਾ ਬੰਦਾ ਆਪਦੀਆਂ ਜ਼ਮੀਨਾਂ ਤੇ ਘਰਾਂ ਨੂੰ ਗਹਿਣੇ ਕਰਨ ਤੁਰ ਪਵੇ ਉਹਨੂੰ ਫਿਰ ਸਪੂਤ ਨਹੀਂ ਕਹਿੰਦੇ, ਕੁਝ ਹੋਰ ਕਹਿੰਦੇ ਨੇ। ਉਹ ਮੈਂ ਇੱਥੋਂ ਨਹੀਂ ਕਹਿਣਾ। ਸੋ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ, ਉਹਨਾਂ ਦੇ ਕੋਲ ਸਮਰੱਥਾ ਨਹੀਂ ਸੀ, ਜਿਹਦੇ ਕਰਕੇ ਹੈ। ਦੂਜੇ ਪਾਸੇ ਲੋਕ ਬੇਘਰ ਹੋ ਗਏ। 20 ਕਰੋੜ ਦੇ ਨੌਕਰੀਆਂ ਚਲੀਆਂ ਗਈਆਂ ਤੇ ਮਨ ਕੀ ਬਾਤ ਦੇ ਵਿੱਚ ਕਦੇ ਅੱਜ ਤੱਕ ਨਰਿੰਦਰ ਮੋਦੀ ਸਾਹਿਬ ਦੇ ਇਹ ਗੱਲ ਤਾਂ ਕਦੇ ਆਈ ਨਹੀਂ ਕਿ ਇਹ ਜਿਹੜਾ ਇੰਨਾ ਕੁਝ ਹੋ ਗਿਆ ਕਰੋਨਾ ਦੇ ਵਿੱਚ, ਉਹ ਸਿਰਫ ਆਪਦੀਆਂ ਪ੍ਰਾਪਤੀਆਂ ਜਾਂ ਚੰਦ ਜਿਹੜੇ ਯਾਰ ਜੋਟੀਦਾਰ ਨੇ, ਯਾਰ ਨੇ, ਉਹਨਾਂ ਨੂੰ ਕੀ ਕੁਛ ਕਰਤਾ ਉਹਨੂੰ ਗਿਣਾਉਣ ਤੱਕ ਹੀ ਸੀਮਤ ਨਹੀਂ। ਜੀ ਟੱਲੂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ, ਮਿਹਰਬਾਨੀ ਜੀ। ਸੋ ਦਰਸ਼ਕਾਂ ਦਾ ਵੀ ਬੜਾ ਧੰਨਵਾਦ ਹੈ ਜਿਹੜਾ ਸਾਡਾ ਪ੍ਰੋਗਰਾਮ ਦੇਖਦੇ ਨੇ। ਇੱਕ ਮੇਰੀ ਵੀ ਸੁਣੋ ਸਾਡਾ ਖਾਸ ਪ੍ਰੋਗਰਾਮ ਤੁਹਾਡੇ ਕਰਕੇ ਸ਼ੁਰੂ ਕੀਤਾ ਗਿਆ। ਸਵੇਰੇ ਖਬਰਾਂ ਦਾ ਸਿਰਾ ਪ੍ਰੋਗਰਾਮ ਚੱਲਦਾ ਹੈ ਤੇ ਈਵਨਿੰਗ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੁੰਨੇ ਆ। ਇਸ ਪ੍ਰੋਗਰਾਮ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਤਾਂ ਜੋ ਹੋਰ ਦਰਸ਼ਕ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ, ਸਾਨੂੰ ਦੇਖ ਸਕਣ, ਸੁਣ ਸਕਣ, ਸਾਡੇ ਵਿਚਾਰ ਸੁਣ ਸਕਣ। ਤੇ ਨਾਲ ਹੀ ਦਰਸ਼ਕਾਂ ਨੂੰ ਅਪੀਲ ਹੈ ਕਿ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਆਈਕਨ ਤੇ ਜਾ ਕੇ ਕਲਿੱਕ ਕਰੋ, ਘੰਟੀ ਦੇ ਨਿਸ਼ਾਨ ਤੇ ਕਲਿੱਕ ਕਰੋਗੇ ਤਾਂ ਹਰ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇਗਾ। ਕੱਲ੍ਹ ਇਸੇ ਤਰ੍ਹਾਂ ਹੋਰ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।